ਤੁਸੀਂ ਕਹਿ ਰਹੇ ਹੋ ਕਿ ਰੇਤ ਦੀ ਜਿਹੜੀ 5.5 ਰੁਪਏ ਕੀਤੀ ਹੈ, ਪਰ ਨਾਲ ਹੀ ਕਹਿ ਰਹੇ ਹੋ ਕਿ ਮੰਤਰੀ ਕੁਲਦੀਪ ਧਾਲੀਵਾਲ ਦੀ ਇੱਕ ਰੀਲ ਵਾਇਰਲ ਹੋ ਰਹੀ ਹੈ। ਕੀ ਕਹਿਣਾ ਚਾਹੋਗੇ? ਸਰਕਾਰ ਤਾਂ ਕਹਿੰਦੀ ਭ੍ਰਸ਼ਟਾਚਾਰ ਦੇ ਉੱਤੇ ਨੋ ਟੋਲਰੈਂਸ ਹੈ, ਵਿਜੀਲੈਂਸ ਨੂੰ ਫ੍ਰੀ ਹੈਂਡ ਦਿੱਤਾ ਹੋਇਆ, ਲਗਾਤਾਰ ਵੱਡੀਆਂ ਕਾਰਵਾਈਆਂ ਹੋ ਰਹੀਆਂ, ਵੱਡੇ ਅਫਸਰ ਚੱਕੇ ਜਾ ਰਹੇ ਨੇ, ਵੱਡੇ ਸਾਬਕਾ ਮੰਤਰੀ, ਸਾਬਕਾ ਐਮਐਲਏ ਜਿਹੜੇ ਉਹਨਾਂ ਦੇ ਉੱਤੇ ਪਰਚੇ ਦਰਜ ਕੀਤੇ ਜਾ ਰਹੇ ਨੇ। ਸੋ ਜਿਹੜਾ ਇਹਨਾਂ ਦਾ ਹੁਣ ਅਗਲਾ ਸੌਦਾ ਹੈ ਉਹ ਇਹੀ ਹੈ ਕਿ ਜਿਹੜੇ ਪਿਛਲੇ ਤਾਜ਼ੇ ਲੁੱਟ ਕੇ ਗਏ ਕਾਂਗਰਸੀ ਹੈ, ਇਹਨਾਂ ਨੂੰ ਮਤਲਬ ਟਾਰਗੇਟ ਕਰੋ, ਜਾਂ ਉਸ ਤੋਂ ਬਾਅਦ ਜਿਵੇਂ ਉਸ ਸੰਜਾਈ ਘੁਟਾਲਾ ਚੱਲ ਰਿਹਾ ਉਹ 'ਚ 2 ਅਕਾਲੀਆਂ ਦੇ ਨਾਮ ਵੀ ਹੈਗੇ ਆ। ਤਾਂ ਫਿਲਹਾਲ ਇਹਨਾਂ ਚੀਜ਼ਾਂ ਨੂੰ ਮੇਨ ਟਾਰਗੇਟ ਕਰਨਗੇ। ਤੁਸੀਂ ਸੁਣਿਆ ਹੋਣਾ ਵਿਜੇਂਦਰ ਸਿੰਗਲੇ ਦਾ ਕੇਸ ਕਿੰਨਾ ਚੱਲਿਆ ਸੀਗਾ, ਉਹ ਅੱਜ ਕੱਲ੍ਹ ਕਿੱਧਰ ਚਲਾ ਗਿਆ? ਧਰਮਸੋਤ ਹੀ ਕਿਉਂ ਦੂਜੀ ਵਾਰੀ ਫੜ ਕੇ ਅੰਦਰ ਦਿੱਤਾ ਗਿਆ? ਤੱਕ ਦੇ ਹਾਲਾਤ ਇਹਨਾਂ ਦੇ ਚੱਲੇ ਆ, ਅਫਸਰਾਂ ਦਾ ਰਾਜ ਹੈਗਾ, ਅਫਸਰ ਇਹਨਾਂ ਨੂੰ ਹੱਥਾਂ 'ਤੇ ਖੜਾਉਂਦੇ ਆ। ਇਹਨਾਂ ਨੂੰ ਇੱਕ ਜਿਹੜਾ ਕਾਂਗਰਸ ਦੇ ਮੰਤਰੀਆਂ ਨੂੰ ਅੰਦਰ ਦੇਣ ਤੋਂ ਇਲਾਵਾ, ਜਾਂ ਪਹਿਲਾਂ ਤਾਂ ਇਹਨੇ ਆਪਣੇ ਦਿੱਤਾ ਸੀਗਾ, ਅੱਜ ਦੀ ਡੇਟ ਵਿੱਚ ਕੋਈ ਪ੍ਰਾਪਤੀ ਜਿਹੜੀ ਹੈਗੀ ਆ ਉਹ ਲੋਕਾਂ ਦੇ ਜਿਹੜੇ ਗਲੇ ਤੋਂ ਉਤਰਨ ਵਾਲੀ ਗੱਲ ਜਿਹੜੀ ਹੁੰਦੀ ਉਹ ਕਿਤੇ ਨਹੀਂ ਕੋਈ ਹੈਗੀ। ਹਰ ਚੀਜ਼ ਜਿਹੜੀ ਹੈਗੀ ਉਹਦੀ ਰੂਪਰੇਖਾ ਜਿਹੜੀ ਹੈਗੀ ਹੈ ਬੈਡ ਸ਼ੇਪ 'ਚ ਆਈ ਹੋਈ ਹੈ। ਜ਼ੀਰੋ ਬਿੱਲ ਜਿਹੜੇ ਲੋਕਾਂ ਦੇ ਆਏ ਆ ਉਹਨਾਂ ਦੇ ਆਏ ਉਹਨਾਂ ਨੂੰ ਪਤਾ ਹੋਊਗਾ, ਅਦਰਵਾਈਜ਼ ਜਿਹੜਾ ਬੋਰਡ ਇਹਨਾਂ ਨੇ ਲਾਏ ਆ ਉਹਦੇ ਭਗਵੰਤ ਮਾਨ ਤੇ ਇੱਕ ਬਹੁਤ ਵੱਡੀ ਜ਼ੀਰੋ ਦੂਰ ਤੋਂ ਦਿਖਾਈ ਦਿੰਦੀ ਹੈ। ਕੋਲੇ ਐ ਪਤਾ ਲੱਗਦਾ ਵੀ ਅਖਬਾਰ ਦੇ ਜਿਹੜਾ ਬਿਜਲੀ ਦੇ ਬਿੱਲ ਜਿਹੜਾ ਉਹ ਵੀ ਉਹਦੇ ਬਾਰੇ ਲਿਖਿਆ ਹੋਇਆ, ਅਦਰਵਾਈਜ਼ ਭਗਵੰਤ ਮਾਨ ਤੇ ਜ਼ੀਰੋ ਲਿਖਿਆ ਬਹੁਤ ਦੂਰ ਤੋਂ ਨਜ਼ਰ ਆਉਂਦਾ। ਕੈਪਟਨ ਅਮਰਿੰਦਰ ਸਿੰਘ ਆਪਣੀ ਐਸ਼ੀ ਤੋਂ ਬਾਹਰ ਨਹੀਂ ਆਇਆ, ਉਦੋਂ ਅਫਸਰਾਂ ਦਾ ਰਾਜ ਸੀ। ਸੁਰੇਸ਼ ਕੁਮਾਰ ਨੇ ਸਾਰੀ ਸਰਕਾਰ ਚਲਾਈ, ਸਾਰੀ ਦੁਨੀਆ ਨੂੰ ਪਤਾ ਹੈਗਾ। ਛੋਟੀਆਂ ਮੱਛੀਆਂ ਦੇ ਤਾਂ ਹੱਥ ਪਾਇਆ ਜਾਂਦਾ, ਵੱਡੇ ਮਗਰ ਮੱਛਾਂ ਨੂੰ ਹੱਥ ਪਾਇਆ ਨਹੀਂ ਜਾਂਦਾ। ਤਾਂ ਇੱਥੇ ਜਿਹੜੀ ਕਹਾਵਤ ਹੈ ਇੱਥੇ ਵੀ ਲਾਗੂ ਹੁੰਦੀ ਹੈ। ਇੱਕ ਮੰਤਰੀ ਨੂੰ ਜੇ ਕਿਤੇ ਇਹਨਾਂ ਨੇ ਕਿਤੇ ਪੁੱਠਾ ਕਰਕੇ ਉਹਦੀ ਮਤਲਬ ਸਾਰਾ ਕੁਝ ਕੱਢ ਲੈਣ ਤਾਂ ਪੰਜਾਬ ਦਾ ਕਰਜ਼ਾ ਤਾਂ 2-3 ਮੰਤਰੀ ਲਾ ਦੇਣਗੇ ਆਪਣੇ ਜਿਹੜੇ ਇਹਨਾਂ ਦੇ ਇਕੱਲੀ ਕਾਂਗਰਸੀਆਂ ਦੀ। 200 ਪਿੱਛੇ ਚਲੇ ਜਾਣਗੇ ਤਾਂ ਫਿਰ ਬਾਦਲ ਫੈਮਿਲੀ ਦੇ ਕੈਪਟਨ ਹੈ। ਅਸਲ ਵਿੱਚ ਇਹਨੂੰ ਭਗਵੰਤ ਮਾਨ ਨੂੰ ਚਾਹੀਦਾ, ਜੇ ਕੁਝ ਪੱਲੇ ਹੈਗੇ ਤਾਂ ਉਹਨਾਂ ਦੇ ਟੱਬਰਾਂ ਨੂੰ ਕਿਉਂ ਨਹੀਂ ਹੱਥ ਪਾਉਂਦੇ? ਉਦੋਂ ਕਹਿੰਦੇ ਸੀ ਸੁੱਖ ਵਿਲਾਸ ਤੇ ਅਸੀਂ ਬਲਡੋਜ਼ਰ ਚਲਾ ਦਿਆਂਗੇ, ਉਦੋਂ ਕਹਿੰਦੇ ਸੀ ਮਹਾਰਾਜੇ ਦੇ ਜਿਹੜਾ ਹੈਗਾ ਪੈਲਸ ਬਣਾਇਆ ਹੋਇਆ ਉਹਨੂੰ ਅਸੀਂ ਢਾਵਾਂਗੇ, ਉਦੋਂ ਤਾਂ ਝਾਕਦੇ ਨਹੀਂ, ਉਦੋਂ ਤਾਂ ਹਿੰਮਤ ਨਹੀਂ ਹੈਗੀ। ਆਉਣ ਵਾਲੇ ਸਮੇਂ ਵਿੱਚ ਜਿੰਨਾ ਚਿਰ ਕੋਈ IAS ਅਫਸਰ ਜੇਲ੍ਹ ਨਹੀਂ ਜਾਂਦਾ, ਉਹਨਾਂ ਚਿਰ ਸਰਕਾਰ ਜਿਹੜੀ ਹੈਗੀ ਆਪਣੇ ਆਪ ਨੂੰ ਸਮਝ ਲੈ ਕਿ ਇਹ ਜਿਹੜਾ ਹੈਗਾ ਇਹਦੀ ਕੋਈ ਪ੍ਰਾਪਤੀ ਨਹੀਂ ਹੈਗੀ। ਪੋਲੀਟੀਕਲ ਬੰਦੇ ਪਹਿਲਾਂ ਵੀ ਜਾਂਦੇ ਰਹੇ ਆ, ਬਾਦਲ ਵਾਲੇ ਵੀ ਤਾਂ ਗਏ ਆ, ਇਹ ਤਾਂ ਇਹਨਾਂ ਦੀ ਖੇਡਾਂ ਚੱਲਦੀਆਂ ਰਹੀਆਂ। ਇਸ ਗੇਮ ਨੂੰ ਜੇ ਇੱਥੇ ਇਹ ਸਮਝੌਤੇ ਤੇ ਇਹਦੀ ਚਲਾਉਣਗੇ ਕਿ ਅਫਸਰਾਂ ਨੂੰ ਕੁਛ ਨਹੀਂ ਕਹਿਣਾ, ਇਹਦੇ 'ਚ ਕੁਛ ਨਹੀਂ ਨਿਕਲਣਾ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋ ਚਰਚਾ ਦੇ ਨਾਲ। ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 11 ਮਹੀਨੇ ਦਾ ਸਮਾਂ ਪੂਰਾ ਹੋਣ ਵਾਲਾ ਵਾ, ਤੇ ਸਰਕਾਰ ਦੇ ਦਾਅਵੇ ਨੇ ਕਿ ਹਰ ਗਰੰਟੀ ਜਿਹੜੀ ਹੈ ਪੂਰੀ ਕੀਤੀ ਜਾ ਰਹੀ ਹੈ। ਤੇ ਲਗਾਤਾਰ ਚਾਹੇ ਨਸ਼ੇ ਦੀ ਗੱਲ ਕੀਤੀ ਜਾਵੇ, ਚਾਹੇ ਸਸਤੀ ਰੇਤ ਦੀ ਗੱਲ ਕੀਤੀ ਜਾਵੇ, ਸਰਕਾਰ ਦੇ ਦਾਅਵੇ ਜਿਹੜੇ ਨੇ ਕਿੰਨੇ ਕੁ ਪੂਰੇ ਹੁੰਦੇ ਹੋਏ ਨਜ਼ਰ ਆ ਰਹੇ ਨੇ। ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਸਾਬਕਾ DSP ਬਲਵਿੰਦਰ ਸੇਖੋ ਅਤੇ ਸਮਾਜ ਸੇਵੀ ਦੇ ਤੌਰ ਤੇ ਉੱਤੇ ਲਗਾਤਾਰ ਸਰਕਾਰ ਨੂੰ ਘੇਰਨ ਵਾਲੇ ਸੇਖੋ ਸਾਹਿਬ। ਸਵਾਗਤ ਹੈ ਤੁਹਾਡਾ। ਥੈਂਕ ਯੂ ਜੀ, ਬਹੁਤ ਬਹੁਤ। ਸਰ, 11 ਮਹੀਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੂਰੇ ਹੋਣ ਵਾਲੇ ਨੇ, ਅਗਲੇ ਮਹੀਨੇ ਸਾਲ ਹੋ ਜਾਏਗਾ। ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਦੀ ਕਾਰਗੁਜ਼ਾਰੀ ਨੂੰ? ਸਰਕਾਰ ਕਹਿ ਰਹੀ ਹੈ ਕਿ ਇੱਕ ਗਰੰਟੀ ਪੂਰੀ ਕਰਾਂਗੇ ਤੇ ਕਈ ਗਰੰਟੀਆਂ ਪੂਰੀਆਂ ਕਰ ਦਿੱਤੀਆਂ। ਵਿਵੇਕ ਜੀ, ਅਸੀਂ 2 ਮਹੀਨੇ ਪਹਿਲਾਂ 18 ਦਸੰਬਰ ਨੂੰ ਇੱਕ ਚੰਡੀਗੜ੍ਹ ਸਿੰਘ ਸਭਾ ਸੁਸਾਇਟੀ ਹੈਗੀ, ਉੱਥੇ ਇੱਕ ਸੈਮੀਨਾਰ ਕੀਤਾ ਸੀਗਾ। ਤੇ ਉਹਦੇ ਵਿੱਚ ਇਹਨਾਂ ਨੂੰ ਉਦੋਂ ਕਿਹਾ ਸੀਗਾ ਕਿ 3 ਮਹੀਨਿਆਂ ਬਾਅਦ ਤੁਹਾਡੇ ਪੂਰੇ ਹੋ ਜਾਣਗੇ, 1 ਸਾਲ 2 ਮਹੀਨੇ ਹੋ ਗਏ ਉਸ ਗੱਲ ਨੂੰ ਹੋਣ ਵਾਲੇ, ਤੇ ਅਗਲੀ 18 ਮਾਰਚ ਨੂੰ 3 ਮਹੀਨੇ ਪੂਰੇ ਜਾਣਗੇ, ਪੂਰੇ ਹੋਣ ਵਾਲੇ। ਤਾਂ ਉਦੋਂ 1 ਸਾਲ ਹੋ ਜਾਊਗਾ ਅਗਲੀ 18 ਤੱਕ। ਤਾਂ ਅਸੀਂ ਉਹ ਆਲਰੇਡੀ ਕੋਈ ਪਲਾਨ ਆਊਟ ਕਰ ਰਹੇ ਹਾਂ ਕਿ ਉਸ ਟਾਈਮ ਇਹ ਸਾਰਾ ਜਿਹੜਾ ਹਿਸਾਬ ਕਿਤਾਬ ਇਹਨਾਂ ਦਾ 1 ਸਾਲ ਦਾ ਲੇਖਾ ਜੋਖਾ ਜਿਹੜਾ ਮੰਗਿਆ ਜਾਵੇ। ਤਾਂ ਅਜੇ ਤੁਸੀਂ 1 ਮਹੀਨਾ ਪਹਿਲਾਂ ਕੁਐਸਚਨ ਕਰਨ ਆ ਗਏ, ਕੋਈ ਗੱਲ ਨਹੀਂ, ਅੱਜ ਵੀ ਝੋਲਾ ਖਾਲੀ ਹੈ ਤੇ 1 ਮਹੀਨੇ 'ਚ ਝੋਲੇ ਨੇ ਕਿੰਨਾ ਕੁ ਭਰ ਜਾਣਾ। ਤਾਂ ਸੋ ਜਿਸ ਤਰ੍ਹਾਂ ਦੀਆਂ ਇਹ ਚੀਜ਼ਾਂ ਚੱਲ ਰਹੀਆਂ, ਜਿਹੜੀਆਂ ਗਰੰਟੀਆਂ ਦੀ ਗੱਲਾਂ ਚੱਲ ਰਹੀਆਂ ਸੀਗੀਆਂ, ਪਹਿਲਾਂ ਬਿਜਲੀ ਦੀ ਗੱਲ ਕਰਦੇ ਸੀ ਇਹ, ਉਹ ਵੀ ਬਾਅਦ 'ਚ ਪਤਾ ਲੱਗ ਗਿਆ ਸੀ ਕਿ ਸਬਸਿਡੀ ਵੱਧ ਚੱਕੀ ਹੈ, ਲੋਕਾਂ ਨੂੰ ਘੱਟ ਦਿੱਤੇ ਹੈ। ਜ਼ੀਰੋ ਬਿੱਲ ਜਿਹੜੇ ਲੋਕਾਂ ਦੇ ਆਏ ਆ, ਜਿਨ੍ਹਾਂ ਦੇ ਆਏ ਉਹਨਾਂ ਨੂੰ ਪਤਾ ਹੋਊਗਾ, ਅਦਰਵਾਈਜ਼ ਜਿਹੜਾ ਬੋਰਡ ਇਹਨਾਂ ਨੇ ਲਾਏ ਹੈ ਉੱਥੇ ਭਗਵੰਤ ਮਾਨ ਤੇ ਇੱਕ ਬਹੁਤ ਵੱਡੀ ਜ਼ੀਰੋ ਦੂਰ ਤੋਂ ਦਿਖਾਈ ਦਿੰਦੀ ਹੈ। ਕੋਲੇ ਐ ਪਤਾ ਲੱਗਦਾ ਵੀ ਅਖਬਾਰ ਦੇ ਜਿਹੜਾ ਬਿਜਲੀ ਦੇ ਬਿੱਲ ਜਿਹੜਾ ਉਹ ਵੀ ਮਤਲਬ ਉਹਦੇ ਬਾਰੇ ਲਿਖਿਆ ਹੋਇਆ, ਅਦਰਵਾਈਜ਼ ਭਗਵੰਤ ਮਾਨ ਤੇ ਜ਼ੀਰੋ ਲਿਖਿਆ ਬਹੁਤ ਦੂਰ ਤੋਂ ਨਜ਼ਰ ਆਉਂਦਾ। ਇਸ ਕਰਕੇ ਉਹ ਮੈਨੂੰ ਇਹਨਾਂ ਦੇ ਐਡਵਰਟਾਈਜ਼ਮੈਂਟ ਵਾਲੇ ਜਿਹੜੇ ਹੈਗੇ ਆ, ਜਿਹੜਾ ਵਿਭਾਗ ਇਹਨਾਂ ਨੂੰ ਇਹ ਗਾਈਡ ਕਰਦਾ, ਉਹਦੇ ਦੀ ਵੀ ਅਕਲ ਤੇ ਕਈ ਵਾਰ ਹਾਸਾ ਇਹ ਆਉਂਦਾ ਵੀ ਘੱਟੋ ਘੱਟ ਤੁਸੀਂ ਜ਼ੀਰੋ ਵੀ ਵੱਡੀ ਕਰਤੀ ਤੇ ਭਗਵੰਤ ਮਾਨ ਨੂੰ ਵੀ ਖਾਤਾ ਤੇ ਲਿਖਿਆ ਤਾਂ ਕੋਲੇ ਆ ਕੇ ਸਮਝ ਆਉਂਦੀ। ਤੇ 70-80% ਲੋਕ ਤਾਂ ਪੜ੍ਹਦੇ ਹੀ ਨਹੀਂ ਗੇ। ਤਾਂ ਜ਼ੀਰੋ ਪਹਿਲਾਂ ਹੀ ਦੱਸੀ ਜਾਂਦੇ ਭਗਵੰਤ ਮਾਨ ਸਾਹਿਬ ਅਸੀਂ ਹੈਗੇ ਹਾਂ, ਦੇਖੋ ਤਾਂ ਉਮੀਦ ਵੀ ਗਾਂ ਅੱਗੇ ਕੀ ਕਰਨੀ ਹੈ। ਤਾਂ ਸੋ ਹੁਣ ਤੱਕ ਦੀ ਜਿਹੜੀ ਗੱਲਬਾਤ ਕਹੀ, ਅੱਜ ਕੱਲ੍ਹ ਰੇਤ ਰੂਤ ਦੀਆਂ ਕਹਾਣੀਆਂ ਚੱਲ ਪਈਆਂ,
ਨਾਲ ਦੀ ਨਾਲ ਜਿਹੜਾ ਹੈਗਾ ਹੈ, ਮੈਂ ਰਾਤ ਹੀ ਦੇਖ ਰਿਹਾ ਸੀ ਕੁਲਦੀਪ ਸਿੰਘ ਜਿਹੜਾ ਧਾਲੀਵਾਲ ਇਹਨਾਂ ਦਾ ਇੱਕ ਬੋਕ ਜਿਹਾ ਹੈਗਾ ਬਣਾਇਆ ਇਹਨਾਂ ਨੇ, ਜਿਹੜਾ ਮੰਤਰੀ ਖੇਤੀਬਾੜੀ ਦਾ, ਉਹ ਮਤਲਬ ਉਹਦੇ ਏਰੀਆ ਵਿੱਚ ਲੋਕ ਰਾਤ ਚੀਕਾਂ ਮਾਰ ਜਾਂਦੇ ਸੀ, ਟਰਾਲੀਆਂ ਔਰ ਟਿੱਪਰ ਤੇ ਮਤਲਬ ਘੱਟੋ ਘੱਟ 100 ਗੱਡੀ ਦੀ ਇੱਕ ਪੂਰੀ ਦੀ ਪੂਰੀ ਰੀਲ ਬਣੀ ਦਿਖਾਈ ਦੇ ਰਹੀ ਸੀ, ਜਿਹੜੀ ਲੋਕ ਦਿਖਾ ਰਹੇ ਸੀ ਵੀ ਆ ਕੁਲਦੀਪ ਸਿੰਘ ਧਾਲੀਵਾਲ ਜਿਹੜਾ ਮੰਤਰੀ ਹੈ ਉਹਦੇ ਏਰੀਏ ਦੇ ਵਿੱਚ ਮਤਲਬ ਆ ਜਿਹੜੀ ਹੈਗੀ ਮਾਈਨਿੰਗ ਹੋ ਰਹੀ ਹੈ। ਹੁਣ 5.5 ਰੁਪਏ ਰੇਤਾ ਜਿਹੜਾ ਉਹ ਕਿਹਨੂੰ ਵੇਚਣਾ, ਉਹ ਟਰੱਕ ਜਿਹੜੇ ਨਿਕਲਦੇ ਆ ਸੈਂਕੜਿਆਂ ਦੀ ਤਾਦਾਦ ਵਿੱਚ, ਉਹਨਾਂ ਦਾ ਕੀ ਹਿਸਾਬ ਕਿਤਾਬ ਹੈ, ਇਹਦੇ ਬਾਰੇ ਆਉਣ ਵਾਲੇ ਦਿਨਾਂ 'ਚ ਲੱਗ ਜੂਗਾ ਪਤਾ ਵੀ ਕਿੱਥੇ ਕੁ ਲੋਕਾਂ ਨੂੰ, ਆਮ ਲੋਕਾਂ ਨੂੰ ਰਿਲੀਫ ਮਿਲਦੀ ਹੈ। ਸੋ ਜਿਸ ਤਰ੍ਹਾਂ ਦਾ ਵੀ ਮਤਲਬ ਹੁਣ ਤੱਕ ਦੇ ਹਾਲਾਤ ਇਹਨਾਂ ਦੇ ਚੱਲੇ ਆ, ਅਫਸਰਾਂ ਦਾ ਰਾਜ ਹੈਗਾ, ਅਫਸਰ ਇਹਨਾਂ ਨੂੰ ਹੱਥਾਂ 'ਤੇ ਖੜਾਉਂਦੇ ਆ। ਇਹਨਾਂ ਨੂੰ ਇੱਕ ਜਿਹੜਾ ਕਾਂਗਰਸ ਦੇ ਮੰਤਰੀਆਂ ਨੂੰ ਅੰਦਰ ਦੇਣ ਤੋਂ ਇਲਾਵਾ, ਜਾਂ ਪਹਿਲਾਂ ਤਾਂ ਇਹਨੇ ਆਪਣੇ ਦਿੱਤਾ ਸੀਗਾ, ਅੱਜ ਦੀ ਡੇਟ ਵਿੱਚ ਕੋਈ ਪ੍ਰਾਪਤੀ ਜਿਹੜੀ ਹੈਗੀ ਆ ਉਹ ਲੋਕਾਂ ਦੇ ਜਿਹੜੇ ਗਲੇ ਤੋਂ ਉਤਰਨ ਵਾਲੀ ਗੱਲ ਜਿਹੜੀ ਹੁੰਦੀ ਹੈ ਉਹ ਕਿਤੇ ਨਹੀਂ ਕੋਈ ਹੈਗੀ। ਹਰ ਚੀਜ਼ ਜਿਹੜੀ ਹੈਗੀ ਹੈ ਉਹਦੀ ਰੂਪਰੇਖਾ ਜਿਹੜੀ ਹੈਗੀ ਹੈ ਬੈਡ ਸ਼ੇਪ 'ਚ ਆਈ ਹੋਈ ਹੈ। ਡਰੱਗ ਦਾ ਤੁਸੀਂ ਦੇਖ ਰਹੇ ਹੋ ਹਾਲਾਤ ਕੀ ਬਣੇ ਹੋਏ ਪੰਜਾਬ ਦੇ ਵਿੱਚ, ਅਦਰਵਾਈਜ਼ ਬਾਕੀ ਮਹਿੰਗਾਈ, ਕਰਪਸ਼ਨ, ਅਫਸਰਾਂ ਦਾ ਹਾਲ ਬੜੇ ਪਿੱਛੇ ਜੇ ਉਹ ਬੜੇ IAS ਅਫਸਰ ਜਿਹੜੀ ਹੈਗੀ ਨੀਲਮਾ ਵਾਲਾ ਕੇਸ ਕਿੱਡਾ ਵੱਡਾ ਹੋਇਆ ਪਿਆ ਉਹ। ਸੋ ਸਾਰਾ ਕੁਛ ਕੁੱਲ ਮਿਲਾ ਕੇ ਜਿੰਨਾ ਚਿਰ ਇਹ ਅਫਸਰਸ਼ਾਹੀ 'ਤੇ ਲਗਾਮ ਨਹੀਂ ਪਾਉਂਦੇ ਉਹਨਾਂ ਚਿਰ ਉਮੀਦ ਨਹੀਂ ਕੀਤੀ ਜਾ ਸਕਦੀ ਕਿਸੇ ਤਰ੍ਹਾਂ ਦੀ ਜਿਹੜੀ ਹੈਗੀ ਹੈ। ਤਾਂ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਪੰਜਾਬ ਸਰਕਾਰ ਜਿਹੜੀ ਆ ਅਫਸਰਾਂ ਦੇ ਹੱਥਾਂ ਦੇ ਵਿੱਚ ਖੇਡਦੀ ਹੈ, ਇੱਥੇ ਸਰਕਾਰ ਨਾਮ ਦੀ ਕੋਈ ਚੀਜ਼ ਨਜ਼ਰ ਨਹੀਂ ਆ ਰਹੀ? ਇਸ ਤੋਂ ਪਹਿਲਾਂ ਵੀ ਐਵੇਂ ਹੋਇਆ, ਇਕੱਲੇ ਇਹ ਨਹੀਂ, ਇਹ ਥੋੜ੍ਹੇ ਜਿਹੇ ਨੌਸਿਖੀਏ ਜ਼ਿਆਦਾ ਸੀ ਜਾਂ ਮਤਲਬ ਇਹਨਾਂ ਦਾ ਕੰਟਰੋਲ ਦਿੱਲੀ ਹੈਗਾ ਅਤੇ ਇੱਥੇ ਇਹਨਾਂ ਕੋਲ ਕੋਈ ਹੁਕਮ ਹੀ ਨਹੀਂ, ਅਫਸਰਾਂ ਨੂੰ ਆਲੇ ਨਾਲ ਸਿੱਧੀ ਗੱਲ ਹੈ ਵੀ ਉੱਪਰ ਗੱਲ ਕਰੋ, ਅਤੇ ਉਸ ਕਰਕੇ ਫਿਰ ਅਫਸਰ ਉਦੋਂ ਜ਼ਿਆਦਾ ਹਾਵੀ ਹੋ ਜਾਂਦੇ। ਅਦਰਵਾਈਜ਼ ਪਿਛਲੀਆਂ ਸਰਕਾਰਾਂ ਵਾਲੇ ਵੀ ਤਾਂ ਇਹੀ ਹਾਲ ਰਿਹਾ। ਕੈਪਟਨ ਅਮਰਿੰਦਰ ਸਿੰਘ ਆਪਣੀ ਐਸ਼ੀ ਤੋਂ ਬਾਹਰ ਨਹੀਂ ਆਇਆ, ਉਦੋਂ ਅਫਸਰਾਂ ਦਾ ਰਾਜ ਸੀ। ਸੁਰੇਸ਼ ਕੁਮਾਰ ਨੇ ਸਾਰੀ ਸਰਕਾਰ ਚਲਾਈ, ਸਾਰੀ ਦੁਨੀਆ ਨੂੰ ਪਤਾ ਹੈਗਾ। ਉਸ ਤੋਂ ਪਹਿਲਾਂ ਬਾਦਲਾਂ ਦੇ ਰਾਜ ਵੇਲੇ ਵੀ ਚਲੋ ਠੀਕ ਹੈ, ਉਹਨਾਂ ਦਾ ਥੋੜ੍ਹਾ ਬਹੁਤ ਕੰਟਰੋਲ ਦਿਖਾਈ ਦਿੰਦਾ ਸੀਗਾ। ਜਦੋਂ ਕੰਟਰੋਲ ਦਿਖਾਈ ਦਿੰਦਾ ਹੁੰਦਾ ਨਹੀਂ ਹੁੰਦਾ। ਇਹ ਅਫਸਰ ਬੜੀ ਚੀਜ਼ ਹੁੰਦੇ ਆ, ਇਹ ਫਲੈਕਸੀਬਲ ਹੋ ਜਾਂਦੇ ਆ। ਜਦੋਂ ਕੋਈ ਸਟਰੋਂਗ ਬੰਦਾ ਖੜਾ, ਕੰਮ ਇਹਨਾਂ ਨੇ ਆਪਦੇ ਕਰਾਉਣਾ, ਉਦੋਂ ਯੈਸਰ ਕਰਕੇ ਕਰਾ ਲੈਣਾ। ਜਦੋਂ ਮਤਲਬ ਕੋਈ ਕਮਜ਼ੋਰ ਖੜਾ, ਉਹਨੂੰ ਦੱਸ ਦੇਣਾ ਜੀ ਇਹ ਕਾਨੂੰਨ ਨਹੀਂ ਇਜਾਜ਼ਤ ਦਿੰਦਾ। ਉਹ ਇਹ ਹਰ ਤਰ੍ਹਾਂ ਦੀ ਜਿਹੜੀ ਹੈਗੀ ਹੈ, ਇਹ ਜਿਹੜੀ ਜਮਾਤ ਹੈਗੀ ਜਿਹੜੀ IAS ਦੀ, ਬਿਊਰੋਕਰੇਟ ਦੀ, ਇਹ ਬੜੀ ਘਾਗ ਲੋਕ ਨੇ। ਇਹ ਹਰ ਇੱਕ ਮੂਰਖ ਨੂੰ ਦੇਖ ਲੈਂਦੇ ਵੀ ਇਹ ਕਿਸ ਦਵਾਈ ਦੇ ਨਾਲ ਠੀਕ ਹੋਣਾ ਅਤੇ ਆਪਣਾ ਕੰਮ ਚਲਾਉਂਦੇ। ਤੋਂ ਪਹਿਲਾਂ ਵੀ ਅਫਸਰਾਂ ਦਾ ਰਾਜ ਸੀਗਾ, ਹੁਣ ਵੀ ਅਫਸਰਾਂ ਦਾ ਰਾਜ ਹੈ। ਜਿੰਨਾ ਚਿਰ ਅਫਸਰਾਂ ਦਾ ਰਾਜ ਨਹੀਂ ਟੁੱਟਦਾ, ਉਹਨਾਂ ਚਿਰ ਪੰਜਾਬ ਦੇ ਜਾਂ ਕਿਸੇ ਵੀ ਆਪਣੇ ਕੰਟਰੀ ਬਾਰੇ, ਆਪਾਂ ਪੂਰੇ ਦੇ ਪੂਰੇ ਮੁਲਕ ਬਾਰੇ ਕਹੀਏ ਵੀ ਕੋਈ ਕਿਸੇ ਤਰ੍ਹਾਂ ਦਾ ਭਲਾ ਹੋਣ ਦੀ ਕੋਈ ਉਮੀਦ ਹੈ ਤਾਂ ਕਿਤੇ ਵੀ ਨਹੀਂ ਹੈਗੀ, ਕਿਉਂਕਿ ਇਹ ਘੁਣ ਵਾਂਗੂ ਲੱਗੇ ਹੋਏ ਆ ਅਤੇ ਸਾਰੇ ਦੇ ਸਿਸਟਮ ਨੂੰ ਬੁਰੀ ਤਰੀਕੇ ਨਾਲ ਖਾ ਰਹੇ ਹੈ। ਖੋਖਲਾ ਕਰ ਛੱਡ ਕੇ ਕਿ ਮਤਲਬ ਇਸ ਤਰੀਕੇ ਦੇ ਹਾਲਾਤ ਹੈ ਕਿ ਦਰਖਤ ਨੂੰ ਧੱਕਾ ਦਈਏ ਜਾਂ ਫੂਕ ਮਾਰੀਏ ਡਿੱਗ ਪਏ। ਇਹੋ ਜਿਹੀ ਹਾਲਾਤ ਜਿਹੜੀ ਹੈਗੀ ਹੈ ਸਾਡੇ ਮੁਲਕ ਦੀ ਜਾਂ ਸਟੇਟ ਦੀ, ਇਹਨਾਂ ਬਿਊਰੋਕਰੇਟ ਅਫਸਰਾਂ ਦੇ ਕਰਕੇ ਹੋਈ ਹੋਈ। ਤੁਸੀਂ ਕਹਿ ਰਹੇ ਹੋ ਕਿ ਰੇਤ ਦੀ ਜਿਹੜੀ 5.5 ਰੁਪਏ ਕੀਤੀ ਹੈ, ਪਰ ਨਾਲ ਹੀ ਕਹਿ ਰਹੇ ਹੋ ਕਿ ਮੰਤਰੀ ਕੁਲਦੀਪ ਧਾਲੀਵਾਲ ਦੀ ਇੱਕ ਰੀਲ ਵਾਇਰਲ ਹੋ ਰਹੀ ਹੈ। ਕੀ ਕਹਿਣਾ ਚਾਹੋਗੇ? ਸਰਕਾਰ ਤਾਂ ਕਹਿੰਦੀ ਭ੍ਰਸ਼ਟਾਚਾਰ ਦੇ ਉੱਤੇ ਨੋ ਟੋਲਰੈਂਸ ਹੈ, ਵਿਜੀਲੈਂਸ ਨੂੰ ਫ੍ਰੀ ਹੈਂਡ ਦਿੱਤਾ ਹੋਇਆ, ਲਗਾਤਾਰ ਵੱਡੀਆਂ ਕਾਰਵਾਈਆਂ ਹੋ ਰਹੀਆਂ, ਵੱਡੇ ਅਫਸਰ ਚੱਕੇ ਜਾ ਰਹੇ ਨੇ, ਵੱਡੇ ਸਾਬਕਾ ਮੰਤਰੀ, ਸਾਬਕਾ MLA ਜਿਹੜੇ ਉਹਨਾਂ ਦੇ ਉੱਤੇ ਪਰਚੇ ਦਰਜ ਕੀਤੇ ਜਾ ਰਹੇ ਨੇ। ਉਹ ਇਹਨਾਂ ਦੀ ਟ੍ਰੀਟੀ ਹੋ ਗਈ ਹੁਣ ਅਫਸਰਾਂ ਦੇ ਨਾਲ। ਜਦੋਂ ਪਿੱਛੇ ਇਹਨਾਂ ਨੇ ਪੰਗਾ ਲਿਆ ਸੀ, ਜਦੋਂ PCS ਅਫਸਰ ਵਾਲਾ ਪਹਿਲਾਂ ਹੋਇਆ, ਫਿਰ ਉਹ ਤੋਂ ਬਾਅਦ IAS ਨੀਲਮਾ ਵਾਲਾ ਜਦੋਂ ਹੋਇਆ, ਅਤੇ ਉਦੋਂ ਅਫਸਰ ਤਾਂ ਅਫਸਰ ਨੇ ਨਾ, ਅਫਸਰ ਥੋੜ੍ਹਾ ਜੇਲ੍ਹਾਂ ਵਿੱਚ ਜਾਣ ਵਾਸਤੇ ਬਣੇ ਜਾਂ ਇਹਨਾਂ 'ਤੇ ਪਰਚੇ ਦਰਜ ਹੋਣੇ, ਤਾਂ ਹੋ ਹੀ ਨਹੀਂ ਸਕਦਾ ਗਾ। ਇਹਨਾਂ ਵਾਸਤੇ ਤਾਂ ਬਹੁਤ ਵੱਡੇ ਵੱਡੇ ਸ਼ੈਲਟਰ ਬਣੇ ਹੋਏ ਆ। ਤਾਂ ਉਦੋਂ ਇਹਨਾਂ ਨੇ ਮਤਲਬ ਇੱਕ ਮੈਸੇਜ ਤਾਂ ਦਿੱਤਾ ਕਿ ਅਸੀਂ ਅਫਸਰਾਂ ਨੂੰ ਮਤਲਬ ਡਰਾ ਲਿਆ ਜਾਂ ਅਫਸਰ ਨੂੰ ਘੁਰਕੀ ਮਾਰੀ, ਆਰਡਰ ਕੱਢਿਆ। ਉਹ ਗੇਮ ਉਹਦੇ ਵਿੱਚ ਟੋਟਲੀ ਡਿਫਰੈਂਟ ਹੈਗੀ ਹੈ। ਉਦੋਂ ਅਫਸਰਾਂ ਨਾਲ ਇਹਨਾਂ ਦਾ ਕੰਮ ਨਿਬੜ ਗਿਆ ਵੀ ਗਾਂਹ ਤੋਂ ਅਸੀਂ ਜਿਹੜੀ ਹੈਗੀ ਕੋਈ ਵੀ ਜਿਹੜੀ ਹੈਗੀ ਤੁਹਾਡੇ ਖਿਲਾਫ ਕਾਰਵਾਈ ਨਹੀਂ ਕਰਾਂਗੇ, ਕਿਸੇ ਅਫਸਰ ਨੂੰ ਨਹੀਂ ਫੜਿਆ ਜਾਊਗਾ। ਤੁਸੀਂ ਆਉਣ ਵਾਲੇ ਸਮੇਂ 'ਚ ਤਾਂ ਦੇਖ ਲਿਆ ਜੀ, ਕਦੇ ਕੋਈ ਜਿਹੜਾ ਹੁਣ ਸਾਹਮਣੇ ਆ ਚੁੱਕਿਆ ਰਡਾਰ 'ਤੇ, ਉਹਦੀ ਤਫਤੀਸ਼ ਬੰਦ ਹੋ ਜਾਣੀ ਹੈ। ਆਲਮੋਸਟ ਜਿਹੜਾ ਉਹ RTA ਫੜਿਆ ਸੀਗਾ ਜਿਹੜਾ ਧਾਲੀਵਾਲ, ਉਹਦੇ ਬਾਅਦ ਸੁਣੀ ਕਦੇ ਖਬਰ ਕੋਈ ਵੀ ਕੀ ਚੱਲ ਰਿਹਾ, ਉਸ ਤੋਂ ਬਾਅਦ ਕੀ ਹੋਇਆ, ਕੋਈ ਰਿਕਵਰੀਆਂ, ਕੋਈ ਹੋਰ ਗੱਲਬਾਤ, ਬੰਦ। ਫਿਰ ਉਹ ਨੀਲਮਾ ਵਾਲੇ ਕੇਸ ਦੇ ਵਿੱਚ ਵੀ ਉਹ 17A ਦੀ ਆੜ ਲੈ ਕੇ ਜਿਹੜਾ ਹੈਗਾ ਚੀਫ ਸੈਕਟਰੀ ਨੇ ਪੂਰੀ ਠੋਕ ਕੇ ਚਿੱਠੀ ਲਿਖੀ ਹੈ DGP ਵਿਜੀਲੈਂਸ ਨੂੰ, ਪੂਰੀ ਇਨਸਲਟਿੰਗ ਚਿੱਠੀ ਉਹਨੂੰ ਮੈਂ ਕਹਿੰਦਾ ਇੱਕ DGP ਦੇ ਲੈਵਲ ਦੇ ਅਫਸਰ ਨੂੰ ਲਿਖੀ ਹੈ। ਅਤੇ ਇੱਥੇ ਮੈਂ ਕਹਿੰਦਾ ਵੀ IPS ਅਫਸਰਾਂ ਨੂੰ ਵੀ ਆਪਣੇ ਔਕਾਤ ਵੇਖਣੀ ਚਾਹੀਦੀ ਹੈ ਕਿ ਇਹ IAS ਲੌਬੀ ਤੁਹਾਨੂੰ ਕਿੰਨਾ ਕੁ ਸਮਝ ਦੇਗੀ ਹੈ। ਸੋ ਜਿਹੜਾ ਇਹਨਾਂ ਦਾ ਹੁਣ ਅਗਲਾ ਸੌਦਾ ਹੈ ਉਹ ਇਹੀ ਹੈ ਕਿ ਜਿਹੜੇ ਪਿਛਲੇ ਤਾਜ਼ੇ ਲੁੱਟ ਕੇ ਗਏ ਕਾਂਗਰਸੀ ਹੈ, ਇਹਨਾਂ ਨੂੰ ਮਤਲਬ ਟਾਰਗੇਟ ਕਰੋ, ਜਾਂ ਉਸ ਤੋਂ ਬਾਅਦ ਜਿਵੇਂ ਉਹ ਸੰਜਾਈ ਘੁਟਾਲਾ ਚੱਲ ਰਿਹਾ ਉਹ 'ਚ 2 ਅਕਾਲੀਆਂ ਦੇ ਨਾਮ ਵੀ ਹੈਗੇ ਆ। ਤਾਂ ਫਿਲਹਾਲ ਇਹਨਾਂ ਚੀਜ਼ਾਂ ਨੂੰ ਮੇਨ ਟਾਰਗੇਟ ਕਰਨਗੇ। ਤੁਸੀਂ ਸੁਣਿਆ ਹੋਣਾ ਵਿਜੇਂਦਰ ਸਿੰਗਲੇ ਦਾ ਕੇਸ ਕਿੰਨਾ ਚੱਲਿਆ ਸੀਗਾ, ਉਹ ਅੱਜ ਕੱਲ੍ਹ ਕਿੱਧਰ ਚਲਾ ਗਿਆ? ਧਰਮਸੋਤ ਹੀ ਕਿਉਂ ਦੂਜੀ ਵਾਰੀ ਫੜ ਕੇ ਅੰਦਰ ਦਿੱਤਾ ਗਿਆ? ਕੁਛ ਬੰਦੇ ਥੋੜ੍ਹੇ ਘੱਟ ਜਿਹੜੇ ਹੁੰਦੇ ਆ ਲਾਵਾਰਸ ਟਾਈਪ ਹੁੰਦੇ, ਉਹਨਾਂ ਨੂੰ ਟਾਰਗੇਟ ਕਰਨਾ ਸੌਖਾ ਹੈ। ਹਾਲਾਂਕਿ ਆਸ਼ੂ ਵਰਗੇ ਵੀ ਅੰਦਰ ਬੈਠੇ ਆ, ਉਹ ਆਪਣੀ ਮਤਲਬ ਇਸ ਤਰ੍ਹਾਂ ਜਿਹੜੀ ਕਰਪਸ਼ਨ ਇਹਨਾਂ ਨੇ ਪਿਛਲੇ ਕੀਤੀ ਨਾ ਕਾਂਗਰਸ ਦੀ ਗੌਰਮੈਂਟ ਨੇ, ਉਹ ਇੰਨੇ ਅੰਨੇ ਹੋ ਕੇ ਕੀਤੀ ਹੈ। ਟਾਈਮ ਥੋੜ੍ਹਾ ਸੀਗਾ, ਪਹਿਲਾਂ 17 'ਚ ਸਰਕਾਰ ਬਦਲੀ, 1.5 ਸਾਲ ਤਾਂ ਉਹ
ਹਾਲਾਤ ਹੀ ਨਹੀਂ ਬਣੇ, ਇਹਨਾਂ ਨੂੰ ਕੋਈ ਲੁੱਟ ਖੋਹ ਦੇ ਲੱਗਦਾ ਸੀ ਵੀ 10 ਸਾਲ ਦੀ ਸਰਕਾਰ ਸੀ ਅਕਾਲੀਆਂ ਦੀ। 3 ਕੁ ਸਾਲਾਂ 'ਚ ਫਿਰ ਇਹਨਾਂ ਨੇ ਅੰਨ੍ਹੇ ਹੋ ਕੇ ਜਿਹੜੀ ਹੈਗੀ ਆ ਜਿਹੜੀ ਕਰਪਸ਼ਨ ਕੀਤੀ, ਕਿਉਂਕਿ ਇਹਨਾਂ ਨੂੰ ਇਹ ਸੋਚਿਆ ਵੀ ਨਹੀਂ ਸੀਗਾ ਵੀ ਇੱਥੇ ਕੋਈ ਨਵੀਂ ਚੀਜ਼ ਬਦਲ ਆਊਗਾ ਜਾਂ ਕਿਤੇ ਕੱਲ੍ਹ ਨੂੰ ਕੋਈ ਹਿਸਾਬ ਕਿਤਾਬ ਕਰਨਾ ਪੈ ਜੂ। ਮੈਂ ਪੰਜਾਬ ਨੂੰ ਇਸ ਮਾਮਲੇ 'ਚ ਲੱਕੀ ਸਮਝਦਾ ਕਿ ਇਹ ਜਿਹੜੀ ਚੇਂਜ ਆਈ ਹੈ, ਭਾਵੇਂ ਇਹ ਬੰਦੇ ਗਲਤ ਨੇ, ਭਾਵੇਂ ਇਹ ਬੰਦੇ ਠੀਕ ਡਿਲੀਵਰ ਨਹੀਂ ਕਰ ਰਹੇ, ਪਰ ਜੋ ਇਹਨਾਂ ਕੋਲੋਂ ਹੋ ਰਿਹਾ ਜਾਂ ਜੋ ਇਹ ਕਰ ਰਹੇ ਹੈ ਉਹਦੇ ਵਾਸਤੇ ਪੰਜਾਬ 'ਚ ਇੱਕ ਮਤਲਬ ਇੱਕ ਨਵਾਂ ਜਿਹੜਾ ਹੈਗਾ ਇੱਕ ਆਸਪੈਕਟ ਜਿਹੜਾ ਹੈਗਾ ਖੁੱਲ੍ਹ ਰਿਹਾ ਲੋਕਾਂ ਵਾਸਤੇ। ਇੱਕ ਤਾਂ ਇਹ ਜਿਹੜੇ ਹੈਗੇ ਆ ਐਕਸਪੋਜ਼ ਹੋ ਰਹੇ, ਹੁਣ ਜਦੋਂ ਇਹ ਐਕਸਪੋਜ਼ ਹੋ ਰਹੇ ਹੈ ਤਾਂ ਨੈਚੁਰਲੀ ਜਦੋਂ ਹੌਲੀ ਹੌਲੀ ਜਦੋਂ ਇਹਨਾਂ ਨੂੰ ਮੌਕਾ ਮਿਲੂਗਾ ਹੋਰ ਲੋਕਾਂ ਨੂੰ ਐਕਸਪੋਜ਼ ਕਰਨਗੇ, ਅਫਸਰ ਐਕਸਪੋਜ਼ ਹੋਣਗੇ। ਇਸ ਚੀਜ਼ ਦੇ ਵਿੱਚੋਂ ਕਾਫੀ ਚੀਜ਼ਾਂ ਉਹ ਨਿਕਲਣਗੀਆਂ ਜਿਹੜੀਆਂ ਅਦਰਵਾਈਜ਼ ਜਿਹੜੀ ਗੇਮ ਚੱਲਦੀ ਸੀ ਆਪਸ ਵਿੱਚ ਇਹਨਾਂ ਦੀ, ਉਹ ਬਾਹਰ ਨਹੀਂ ਆਉਂਦੀਆਂ ਸੀਗੀਆਂ। ਤਾਂ ਇਹ ਪੰਜਾਬ ਦੇ ਭਲੇ ਵਿੱਚ ਇਹ ਚੀਜ਼ ਵਾਪਰੀ ਹੋਈ ਹੈ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜਾ ਹੈਗਾ ਪੋਲੀਟੀਕਲ ਬੰਦੇ ਜਿਹੜੇ ਹੈਗੇ ਤੁਹਾਨੂੰ ਹੋਰ ਨੈੱਟ 'ਚ ਸ਼ਾਇਦ ਦਿਖਾਈ ਦੇਣ, ਕਿਉਂਕਿ ਹੁਣ ਇਹਨਾਂ ਦਾ ਇਹ ਗੱਲ ਨਿਬੜੀ ਅਫਸਰਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਾਂਗੇ। ਅਤੇ ਜਿਹੜੇ ਪੋਲੀਟੀਕਲ ਬੰਦੇ ਹੈਗੇ, ਕਿਉਂਕਿ ਮਾਲ ਪਤਾ ਤਾਂ ਉਹਨਾਂ ਨੇ ਲੁੱਟਿਆ ਹੋਇਆ, ਉਹਨਾਂ ਕੋਲੇ ਲੈਣਾ। ਤਾਂ ਅਫਸਰਾਂ ਦਾ ਜਿਹੜਾ ਲੁੱਟਿਆ ਹੋਇਆ ਮਾਲ ਹੁੰਦਾ ਉਹ ਤਾਂ ਮਤਲਬ ਉਹਨਾਂ ਦੀ ਉਹ ਹੋ ਗਈ ਨਾ, ਉਸ ਵੱਲ ਨਹੀਂ ਕੋਈ ਝਾਕ ਸਕਦਾ। ਭਗਵੰਤ ਮਾਨ ਅਕਸਰ ਸਟੇਜਾਂ ਤੋਂ ਸੁਣਨ ਨੂੰ ਮਿਲਦਾ ਵਾ ਜਦੋਂ ਕਹਿੰਦੇ ਨੇ ਕਿ ਕਾਂਗਰਸੀ ਪੁੱਛਦੇ ਸੀਗੇ ਕਿ ਜਿਹੜੀਆਂ ਗਰੰਟੀਆਂ ਦਿੱਤੀਆਂ ਉਹ ਪੂਰੀਆਂ ਕਿੱਥੋਂ ਹੋਣਗੀਆਂ। ਕਹਿੰਦੇ ਮੈਂ ਜਵਾਬ ਦਿੰਦਾ ਸੀਗਾ ਕਿ ਗਰੰਟੀਆਂ ਪੂਰੀਆਂ ਹੋਣਗੀਆਂ, ਇਹਨਾਂ ਨੂੰ ਨਹੀਂ ਪਤਾ ਸੀਗਾ ਕਿ ਤੁਹਾਡੇ ਕੋਲ ਹੀ ਪੂਰੀਆਂ ਹੋਣੀਆਂ ਵਾ। ਹਾਂ, ਇਹਨਾਂ ਨੇ ਕਿਹਾ ਤਾਂ ਹੋਰ ਸੀ ਨਾ, ਉਹ ਕੇਜਰੀਵਾਲ ਕਹਿੰਦਾ ਸੀਗਾ ਰੇਤੇ ਦੇ ਵਿੱਚੋਂ ਇੰਨੇ ਕਰੋੜ ਕੱਢ ਲੂੰਗਾ, ਫਲਾਣੀ ਥਾਂ ਤੋਂ ਇੰਨੇ ਕਰੋੜ ਕੱਢ ਲੂੰਗਾ, ਇੰਨੇ ਨਾਲ ਇਹਨਾਂ ਦੀਆਂ ਬੱਸਾਂ ਬੰਦ ਕਰਾ ਦਿਆਂਗੇ। ਉਹ ਤਾਂ ਕੁਝ ਵੀ ਨਹੀਂ ਹੋਇਆਗਾ। ਹਾਂ, ਆਹ ਚੀਜ਼ ਜਿਹੜਾ ਹੈਗਾ ਸੀ ਇਹ ਇਹਨਾਂ ਦੇ ਏਜੰਡੇ 'ਚ ਉਦੋਂ ਤਾਂ ਹੈ ਨਹੀਂ ਸੀਗੀ, ਪਰ ਜਿਸ ਤਰੀਕੇ ਨਾਲ ਇਹਨਾਂ ਦਾ ਇਹ ਸੂਤ ਆਈ ਕਹਾਣੀ, ਤਾਂ ਉਹ ਨੈਚੁਰਲੀ ਇੰਨਾ ਪੈਸਾ ਜਿਹੜਾ ਮੈਂ ਕਹਿੰਦਾ ਸੀ ਇੱਕ ਮੰਤਰੀ ਨੂੰ ਜੇ ਕਿਤੇ ਇਹਨਾਂ ਨੇ ਕਿਤੇ ਪੁੱਠਾ ਕਰਕੇ ਉਹਦੀ ਮਤਲਬ ਸਾਰਾ ਕੁਝ ਕੱਢ ਲੈਣ ਤਾਂ ਪੰਜਾਬ ਦਾ ਕਰਜ਼ਾ ਤਾਂ 2-3 ਮੰਤਰੀ ਲਾ ਲੈਣਗੇ ਆਪਣੇ ਜਿਹੜੇ ਇਹਨਾਂ ਦੇ ਇਕੱਲੀ ਕਾਂਗਰਸੀਆਂ ਦੀ, ਅਤੇ ਉਸ ਤੋਂ ਪਿੱਛੇ ਚਲੇ ਜਾਣਗੇ। ਤਾਂ ਫਿਰ ਬਾਦਲ ਫੈਮਿਲੀ ਦੇ ਕੈਪਟਨ ਹੈ। ਅਸਲ ਵਿੱਚ ਇਹਨੂੰ ਭਗਵੰਤ ਮਾਨ ਨੂੰ ਚਾਹੀਦਾ, ਜੇ ਕੁਛ ਪੱਲੇ ਹੈਗੇ ਤਾਂ ਉਹਨਾਂ ਦੇ ਟੱਬਰਾਂ ਨੂੰ ਕਿਉਂ ਨਹੀਂ ਹੱਥ ਪਾਉਂਦੇ। ਉਦੋਂ ਕਹਿੰਦੇ ਸੀ ਸੁੱਖ ਵਿਲਾਸ 'ਤੇ ਅਸੀਂ ਬਲਡੋਜ਼ਰ ਚਲਾ ਦਿਆਂਗੇ, ਉਦੋਂ ਕਹਿੰਦੇ ਸੀ ਮਹਾਰਾਜੇ ਦੇ ਜਿਹੜਾ ਹੈਗਾ ਪੈਲਸ ਬਣਾਇਆ ਹੋਇਆ ਉਹਨੂੰ ਅਸੀਂ ਢਾਵਾਂਗੇ। ਉੱਧਰ ਤਾਂ ਝਾਕਦੇ ਨਹੀਂ, ਉੱਧਰ ਤਾਂ ਹਿੰਮਤ ਨਹੀਂ ਹੈਗੀ, ਕਿਉਂਕਿ ਉਹਨਾਂ ਦੇ ਕੈਪਟਨ ਅਮਰਿੰਦਰ ਸਿੰਘ ਨੇ ਬੀਜੇਪੀ ਦੀ ਛਤਰੀ ਤਾਣ ਲਈ ਹੈ। ਅਤੇ ਇਹ ਦੂਜੇ ਜਿਹੜੇ ਹੈਗੇ ਹਨ ਇਹਨਾਂ ਨਾਲ ਵੀ ਇਹਨਾਂ ਦੀ ਕੋਈ ਟ੍ਰੇਟੀ ਹੈਗੀ ਹੈ ਨਾ, ਜੇ ਹੁਣ ਤੱਕ ਉਸ ਪਾਸੇ ਨਹੀਂ ਜਾਂਦੇ, ਥੱਲੇ ਲੈਵਲ 'ਤੇ ਇੱਧਰ ਤੁਰੇ ਫਿਰਦੇ ਆ। ਤਾਂ ਠੀਕ ਹੈ, ਜੇ ਆਪਣੀ ਗੱਲਾਂ ਨੂੰ ਇਹ ਯਾਦ ਰੱਖਦੇ ਹੁਣ ਤਾਂ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਕਿ ਅਸੀਂ ਕੀ ਗੱਲਾਂ ਕਰਦੇ ਰਹੇ ਸੀਗੇ। ਜਿੰਨਾ ਚਿਰ ਤੁਸੀਂ ਸਿਰੇ ਦੇ ਲੋਕਾਂ ਨੂੰ ਹੱਥ ਪਾ ਕੇ ਕੁਛ ਅਗਲੇ ਰਿਜ਼ਲਟ ਨਹੀਂ ਵਿਖਾਉਂਦੇ, ਅਤੇ ਫਿਰ ਇਹ ਜਿਹੜੀ ਹੈਗੀ ਹੈ ਇਹ ਆਈ ਵਾਸ਼ ਜਿਹੜੀ ਹੈ ਲੰਬਾ ਸਮਾਂ ਨਹੀਂ ਚੱਲਣੀ। ਪਰ ਫਿਰ ਵੀ ਜੋ ਕੀਤਾ ਜਾ ਰਿਹਾ ਸਵਾਗਤਯੋਗ ਹੈ। ਤੁਹਾਨੂੰ ਲੱਗਦਾ ਕਿ ਵੱਡੇ ਜਿਹੜੇ ਕਿਹਾ ਜਾਂਦਾ ਅਕਸਰ ਸੁਣਨ ਆਇਆ ਜਾਂਦਾ ਕਿ ਛੋਟੀਆਂ ਮੱਛੀਆਂ ਦੇ ਤਾਂ ਹੱਥ ਪਾਇਆ ਜਾਂਦਾ, ਵੱਡੇ ਮਗਰ ਮੱਛਾਂ ਨੂੰ ਹੱਥ ਪਾਇਆ ਨਹੀਂ ਜਾਂਦਾ, ਤਾਂ ਇੱਥੇ ਜਿਹੜੀ ਕਹਾਵਤ ਹੈ ਇੱਥੇ ਵੀ ਲਾਗੂ ਹੁੰਦੀ ਹੈ? ਮੱਛੀਆਂ ਤਾਂ ਛੋਟੀਆਂ ਹੈ ਹੀ ਹੋਈ ਨਹੀਂ, ਜਾਂ ਮਗਰਮੱਛ ਹੈਗੇ ਆ ਜਾਂ ਮਗਰਮੱਛ ਵੱਡੇ ਸਾਈਜ਼ ਦੇ ਛੋਟੇ ਸਾਈਜ਼ ਦੇ ਆ, ਇਸ ਕਰਕੇ ਮੱਛੀਆਂ ਦਾ ਕੰਮ ਹੀ ਨਿਬੜਿਆ। ਇਹ ਸਾਰੇ ਮਗਰਮੱਛ ਹੀ ਹੈਗੇ ਇੱਥੇ। ਮਗਰਮੱਛਾਂ ਦੇ ਸਾਈਜ਼ ਦਾ ਫਰਕ ਹੈ, ਤਾਂ ਵੱਡੇ ਮਗਰਮੱਛ ਜਿਹੜੇ ਹੈਗੇ ਆ ਉਹ ਨੈੱਟ ਵਿੱਚ ਅਜੇ ਨਹੀਂ ਆਏ, ਛੋਟੇ ਮਗਰਮੱਛਾਂ ਤੋਂ ਸ਼ੁਰੂ ਹੋਏ ਹੋਏ ਆ। ਤਾਂ ਆਉਣ ਵਾਲੇ ਸਮੇਂ ਵਿੱਚ ਉਮੀਦ ਵੀ ਕਰਦੇ ਹਾਂ, ਪ੍ਰੇ ਵੀ ਕਰਦੇ ਹਾਂ ਔਰ ਅਪੀਲ ਵੀ ਕਰਦੇ ਹਾਂ ਕਿ ਜੇ ਉਹਨਾਂ ਲੋਕਾਂ ਨੂੰ ਤੁਸੀਂ ਮਤਲਬ ਹੱਥ ਪਾਓਗੇ ਤਾਂ ਉਹਦਾ ਇੱਕ ਮੈਸੇਜ ਜਿਹੜਾ ਹੈਗਾ, ਭਾਵੇਂ ਤੁਸੀਂ ਇੱਕ ਵਿਸ਼ੇ 'ਤੇ ਕੰਮ ਕਰ ਰਹੇ ਹੋ ਪਰ ਫਿਰ ਵੀ ਜਿਹੜਾ ਹੈਗਾ ਉਹ ਚੰਗਾ ਜਾਊਗਾ। ਕੱਲ੍ਹ ਨੂੰ ਹੋਰ ਮਹੀਨੇ ਬਾਅਦ ਜਦੋਂ ਸਾਡੇ ਵਰਗੇ ਲੋਕ ਹਿਸਾਬ ਮੰਗਣਗੇ ਤਾਂ ਉਦੋਂ ਵਿਜੇਂਦਰ ਸਿੰਗਲੇ ਦਾ ਨਾਮ ਕਿੰਨਾ ਸਟਰੋਂਗਲੀ ਆਇਆ ਸੀ, ਅੱਜ ਕੱਲ੍ਹ ਕੀ ਹੋ ਗਿਆ ਜੀ ਉਹਨੂੰ। ਠੀਕ ਹੈ, ਹੋਰ ਬਹੁਤ ਨਾਮ ਹੈਗੇ ਜਿੱਥੇ ਮਤਲਬ ਵਿਜੀਲੈਂਸ ਉਹਦਾ ਜਿਹੜਾ ਸੰਜਾਈ ਘੁਟਾਲਾ ਹੀ ਹੈਗਾ, ਉਹ ਵੀ ਬਿਲਕੁਲ ਸ਼ਾਂਤ ਚੱਲ ਰਿਹਾ। ਅਫਸਰਾਂ ਨੂੰ ਬੁਲਾ ਕੇ ਪੁੱਛ ਗਿੱਛ ਹੋ ਰਹੀ, ਉਹ ਤੋਂ ਬਾਅਦ ਬੜੀ ਉਹ ਕੀੜੀ ਦੀ ਤੌਰ ਚੱਲ ਰਿਹਾ। ਫਿਰ ਆ ਜਿਹੜਾ ਲੇਟੈਸਟ ਜਿਹੜੇ 'ਚ ਨੀਲਮਾ ਵਾਲਾ PSICL ਵਾਲਾ, ਇਹ ਤਾਂ ਬਹੁਤ ਹੀ ਖਤਰਨਾਕ ਹੈ। ਇਹਦੇ ਵਿੱਚ ਐਡਾ ਵੱਡੀ ਮਤਲਬ ਧਾਂਦਲੀ ਹੋਈ ਵੀ ਹੈ, ਇੰਨੇ ਨਾਮ ਹੈਗੇ ਆ, ਪਲਾਟਸ ਹੈਗੇ ਆ ਉਹਨਾਂ ਦੇ, ਬੇਨਾਮੀ ਮਾਲਕ। ਠੀਕ ਹੈ, ਮੈਂ ਪੜ੍ਹ ਰਿਹਾ ਸੀ ਡਿਟੇਲ ਕਿਤੇ, ਫਿਰ ਤੁਹਾਡੇ ਨਾਲ ਗੱਲ ਕਰਾਂਗੇ ਉਸ ਮਾਮਲੇ 'ਚ ਕਿ ਕਿੰਨੇ ਲੋਕ ਜਿਹੜੇ ਹੈਗੇ ਉਹਨਾਂ ਦੇ ਮਾਲਕ ਹੀ ਹੈ ਨਹੀਂ ਸੀ, ਪਲਾਟਾਂ 'ਤੇ ਲੱਭ ਰਹੇ ਸੀ। ਹੁਣ ਜਦੋਂ ਕੋਰਟਾਂ ਵਿੱਚ ਜਾ ਕੇ ਉਹ ਲਿਖਿਆ ਹੁੰਦਾ ਕੋਸਟ ਓਨਰਸ, ਜਿਹਨਾਂ ਦੇ ਕੋਈ ਮਾਲਕ ਹੈ ਨਹੀਂ, ਅਤੇ ਵਕੀਲ ਪੇਸ਼ ਹੋ ਰਹੇ ਹੈ। ਤਾਂ ਬਹੁਤ ਕੁਝ ਚੀਜ਼ਾਂ ਸਾਹਮਣੇ ਆ ਰਹੀਆਂ। ਅਲਾਟਮੈਂਟ ਦੇ ਵਿੱਚ ਰਹਿੰਦਾ ਹੁੰਦਾ, ਔਰ ਸੁੰਦਰ ਸ਼ਾਮ ਅਰੋੜਾ ਤਾਂ ਆਪਦੀ ਮੌਤ ਆਪ ਮਰ ਗਿਆ। 50 ਲੱਖ ਦੀ ਉਹਦੀ ਰਿਸ਼ਵਤ ਸੀਗੀ ਜਿਹੜੀ, ਉਹਨੂੰ ਲੈ ਕੇ ਬਹਿ ਗਈ, ਉਹ ਤੋਂ ਬਚ ਹੀ ਨਹੀਂ ਸਕਦਾ। ਇੱਕ ਹੋਰ ਕੇਸ ਦੇ ਵਿੱਚ ਜਿਹੜੀ ਉਹ ਅਰੈਸਟ ਪਾ ਲਈ ਹੈ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਇਹ ਜਿਹੜਾ ਕੇਸ ਹੈਗਾ ਇਹਨੂੰ ਮਤਲਬ ਬਹੁਤ ਹੀ ਬਰੀਕੀ ਨਾਲ ਗਾਂ ਅੱਗੇ ਇਹਦੀ ਤਫਤੀਸ਼ ਦੀ ਲੋੜ ਹੈ। ਆਉਣ ਵਾਲੇ ਸਮੇਂ ਵਿੱਚ ਜਿੰਨਾ ਚਿਰ ਕੋਈ IAS ਅਫਸਰ ਜੇਲ੍ਹ ਨਹੀਂ ਜਾਂਦਾ, ਉਹਨਾਂ ਚਿਰ ਇਹ ਸਰਕਾਰ ਜਿਹੜੀ ਹੈਗੀ ਆਪਣੇ ਆਪ ਨੂੰ ਸਮਝ ਲੈ ਕਿ ਇਹ ਜਿਹੜਾ ਹੈਗਾ ਇਹਦੀ ਕੋਈ ਪ੍ਰਾਪਤੀ ਨਹੀਂ ਹੈਗੀ। ਪੋਲੀਟੀਕਲ ਬੰਦੇ ਪਹਿਲਾਂ ਵੀ ਜਾਂਦੇ ਰਹੇ ਹੈ, ਬਾਦਲ ਵਾਲੇ ਵੀ ਤਾਂ ਗਏ ਹੈ, ਇਹ ਤਾਂ ਇਹਨਾਂ ਦੀ ਖੇਡਾਂ ਚੱਲਦੀਆਂ ਰਹੀਆਂ। ਇਸ ਗੇਮ ਨੂੰ ਜੇ ਇੱਥੇ ਇਹ ਸਮਝੌਤੇ ਤਹਿਤ ਹੀ ਚਲਾਉਣਗੇ ਵੀ ਅਫਸਰਾਂ ਨੂੰ ਕੁਛ ਨਹੀਂ ਕਹਿਣਾ, ਫਿਰ ਇਹ 'ਚ ਕੁਛ ਨਹੀਂ ਨਿਕਲਣਾ। ਨੀਲਮਾ ਵਾਲੇ ਕੇਸ ਵਿੱਚ ਨੀਲਮਾ ਡਾਇਰੈਕਟਲੀ ਫਸੀ ਹੋਈ ਹੈ। 3 IAS ਅਫਸਰ ਉਸ ਤੋਂ ਇਲਾਵਾ ਹੋਰ ਹੈ ਜਿਨ੍ਹਾਂ ਨੇ ਪੈਨਲ ਬਣਾ ਕੇ ਉਸ ਚੀਜ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਹ ਹੈਗੇ 4 IAS ਅਫਸਰ ਕੇਸ ਰਜਿਸਟਰ ਕਰਕੇ ਅਰੈਸਟ ਨਹੀਂ ਹੁੰਦੇ, ਅਤੇ ਫਿਰ ਸਰਕਾਰ ਦਾ ਫੇਲਰ ਹੈ। ਅਗਲੀ ਸਾਡੀ ਵੀ ਜਿਹੜੀ ਸੰਘਰਸ਼ ਦੀ ਰੂਪ ਰੇਖਾ ਹੋਊਗੀ ਕਿਸੇ ਵੀ ਤਰ੍ਹਾਂ ਦੀ ਹੋਊਗੀ, ਉਹ ਅਗਲਾ ਨੰਬਰ ਜਿਹੜਾ ਹੈਗਾ ਪੋਲੀਟੀਕਲ ਬੰਦਿਆਂ ਤੋਂ ਬਾਅਦ ਜਿਹੜਾ ਹੈਗਾ ਬਿਊਰੋਕਰੇਟ ਦਾ ਲੱਗਣਾ ਚਾਹੀਦਾ। ਜਦੋਂ ਬਿਊਰੋਕਰੇਟ ਜੇਲ੍ਹ ਵਿੱਚ ਜਾਣ ਲੱਗ ਪਿਆ, ਫਿਰ ਸਮਝ ਲਓ ਪੰਜਾਬ ਦਾ ਜਿਹੜਾ ਭਲਾਈ ਦੇ ਜਿਹੜਾ ਹੈਗਾ ਰਸਤੇ ਖੁੱਲ੍ਹਦੇ ਹੋਣਗੇ। ਹਰ ਤਰ੍ਹਾਂ ਦੇ ਜਿਹੜੇ ਹਾਲਾਤ ਆ ਉਸ ਤੋਂ ਬਾਅਦ ਹੀ ਠੀਕ ਹੋਣਗੇ, ਜਿੰਨਾ ਚਿਰ ਇਹ ਬਿਊਰੋਕਰੇਟ ਜਿਹੜਾ ਅਕਾਊਂਟੇਬਲ ਨਹੀਂ ਹੁੰਦਾ। ਤੁਹਾਡੇ ਕਹਿਣ ਦਾ ਮਤਲਬ ਕਿ ਜਦ ਤੱਕ ਬਿਊਰੋਕਰੇਟ ਦੇ ਜਿਹੜੇ ਭ੍ਰਿਸ਼ਟਾਚਾਰ ਦੇ ਵਿੱਚ ਲਿਪਤ ਨੇ, ਜਦ ਤੱਕ ਉਹਨਾਂ ਦੇ ਉੱਤੇ ਕਾਰਵਾਈ ਨਹੀਂ ਹੁੰਦੀ, ਸਰਕਾਰ ਦੀ ਕਾਰਵਾਈ ਜਿਹੜੀ ਹੈ ਬੇਈਮਾਨੀ ਹੈ।
ਬਿਲਕੁਲ, ਬਿਲਕੁਲ, ਬਿਲਕੁਲ ਜੜ ਹੈ ਨਾ, ਹਾਥੀ ਦਾ ਪੈਰ ਹੈ। ਜੇ ਹਾਥੀ ਦੇ ਪੈਰ 'ਤੇ ਤੁਸੀਂ ਵਿੱਚ ਸਾਰੇ ਪੈਰ ਆ ਜਾਂਦੇ ਆ, ਉਹਦੇ ਵਿੱਚ ਪੋਲੀਟੀਸ਼ੀਅਨ ਵੀ ਆ ਗਿਆ, ਉਹਦੇ 'ਚ ਕੋਰਟਾਂ ਵੀ ਆ ਗਈਆਂ, ਉਹ 'ਚ ਮੀਡੀਆ ਵੀ ਆ ਗਿਆ, ਹਰ ਚੀਜ਼ ਉਹਦੇ ਵਿੱਚ ਸਮਾ ਜਾਂਦੀ ਹੈ। ਤੋ ਜੋ ਬਿਊਰੋਕਰੇਟ ਹੈ, ਸਭ ਤੋਂ ਮੈਂ ਅੱਜ ਨਹੀਂ, ਮੈਂ ਕੋਈ ਕਈ ਸਾਲਾਂ ਤੋਂ 2-3 ਸਾਲਾਂ ਤੋਂ ਮੈਂ ਗੱਲ ਕਰਦਾ ਨਾ, ਮੈਂ ਰੇਸ਼ੋ ਦੱਸਦਾ ਹੁੰਦਾ ਵੀ ਕਰਪਸ਼ਨ ਦੀ ਰੇਸ਼ੋ ਜੇ ਆਪਾਂ ਕੱਢਣੀ ਹੋਵੇ ਤਾਂ 75 ਪੈਸੇ ਦਾ ਬਿਊਰੋਕਰੇਟ ਜ਼ਿੰਮੇਵਾਰ ਹੈ। 15% ਜਿਹੜੀ ਹੈਗੀ ਆ ਪੋਲੀਟੀਸ਼ੀਅਨ ਕੋਲੇ, ਤੇ ਬਾਕੀ 10 ਪੈਸੇ 'ਚ ਸਾਰੀ ਦੁਨੀਆ ਦੀ ਕਰਪਸ਼ਨ ਹੈਗੀ ਆ। ਆਹ ਹੈ ਸਾਡੀ ਰੇਸ਼ੋ। ਤੇ ਜਿਹੜਾ 75 ਪੈਸੇ ਦਾ ਜਿਹੜਾ 75 ਪੈਸੇ ਤੁਸੀਂ ਕਹਿੰਦੇ ਕਿ ਬਿਊਰੋਕਰੇਟ ਜੀ, ਜ਼ਿੰਮੇਵਾਰ ਹੈ। ਜੀ, ਜੀ, 75 ਪੈਸੇ ਦਾ ਉਹ ਜ਼ਿੰਮੇਵਾਰ ਆ, ਜਿਹਨੂੰ ਅਜੇ ਤੱਕ ਟਾਰਗੇਟ ਹੀ ਨਹੀਂ ਕੀਤਾ ਗਿਆ, ਜਿਹਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਕਦੇ। ਹਮੇਸ਼ਾ ਪੋਲੀਟੀਸ਼ੀਅਨ ਇੱਕ ਦੂਜੇ ਨੂੰ ਗਾਲਾਂ ਕੱਢਦੇ ਆ, ਲੋਕ ਤਮਾਸ਼ਾ ਵੇਖਦੇ ਆ। ਇੱਕ ਨੂੰ ਮੋਢੇ ਤੋਂ ਭਾਰ ਲੈਂਦਾ, ਦੂਜੇ ਤੇ ਚੜ ਜਾਂਦਾ, ਉਹ ਦੂਜਾ ਚੰਗਿਆ ਉਹਨੂੰ ਸਾਬਤ ਕਰਨ ਲੱਗ ਜਾਂਦਾ। ਜਿਵੇਂ ਕਿ ਇਹ ਸਰਕਾਰ ਵਾਲੇ ਹੁਣ ਉਹਨਾਂ ਦੋਵਾਂ ਸਰਕਾਰਾਂ ਨੂੰ ਚੰਗਾ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਕਹਿੰਦੇ ਨਾ ਲੋਕ ਅੱਜ ਕੱਲ੍ਹ ਗੱਲਾਂ ਕਰਨ ਲੱਗ ਪਏ। ਦੂਜਾ ਕਹਿੰਦੇ ਸੰਜੇ ਪੋਪਲੀ ਦੇ ਉੱਤੇ ਕਾਰਵਾਈ ਕੀਤੀ ਅਸੀਂ। ਸੰਜੇ ਪੋਪਲੀ ਦੀ ਜੋ ਕਾਰਵਾਈ ਕੀਤੀ ਸੀ, ਉਹ ਇੱਕ IAS ਅਫਸਰ ਸੀ। ਉਦੋਂ ਇਹਨਾਂ ਨੂੰ ਕੋਈ ਨਹੀਂ ਤਕਲੀਫ ਹੋਈ, ਉਹਦੇ ਨਾਲ ਤਾਂ ਕਿੱਡੀ ਵੱਡੀ ਟ੍ਰੈਜਡੀ ਹੋਈ, ਉਹ ਤਾਂ ਬੱਚੇ ਦਾ ਵੀ ਨਾਲ ਜੋ ਮੌਤ ਹੋ ਗਈ, ਠੀਕ ਹੈ। ਇਹ ਬੋਲਿਆ ਉਹਦਾ ਕੋਈ IAS ਅਫਸਰ, ਬੋਲਿਆ ਉਹਦਾ ਕੋਈ PCS ਅਫਸਰ, ਕਿਉਂਕਿ IAS ਅਫਸਰ ਇਹ ਉਹਨੂੰ ਸਮਝਦੇ ਆ ਜਿਹੜਾ ਡਾਇਰੈਕਟਲੀ IPS ਅਫਸਰ ਜਿਹੜਾ IAS ਅਪੁਆਇੰਟ ਹੁੰਦਾ। ਜਿਹੜੇ ਇਹ ਥੱਲਿਓਂ ਗਏ PCS ਪ੍ਰਮੋਟਡ ਨੂੰ ਤਾਂ ਸਮਝਦੇ ਨੇ, ਆਪਣੇ ਖਾਤੇ 'ਚ ਨਹੀਂ ਲੈਂਦੇ। ਇਹ ਤਾਂ ਹੁਣ ਜਦੋਂ ਮਤਲਬ ਨੀਲਮਾ ਵਾਲਾ ਕੇਸ IAS ਵਾਲਾ ਨਾ ਹੁੰਦਾ ਤਾਂ ਜਿਹੜਾ ਧਾਲੀਵਾਲ PCS ਫੜਿਆ ਸੀ, ਕਿਹਨੇ ਪੁੱਛਣਾ ਸੀ ਇਹਨੂੰ? ਇਹਨਾਂ ਨੂੰ ਤਾਂ ਆਪਣੀ ਜਦੋਂ ਸੇਕ ਲੱਗਿਆ ਉਦੋਂ ਇਹਨਾਂ ਦੀ ਆੜ ਲਈ ਇਹਨਾਂ ਨੇ PCS ਅਫਸਰਾਂ ਦੀ। ਤਾਂ PCS ਅਫਸਰ ਜਿਹੜੇ ਹੈਗੇ ਉਹਨਾਂ ਨੂੰ ਵੀ ਆਪਣਾ ਧਿਆਨ ਕਰਨਾ ਚਾਹੀਦਾ। ਸਟੇਟ ਨਾਲ ਬਿਲੋਂਗ ਕਰਦੇ ਆ, IAS ਤਾਂ ਸਾਰੇ ਆਏ ਬਾਹਰੋਂ ਹੈਗੇ, ਇਹਨਾਂ ਨੂੰ ਸਾਡੀ ਸਟੇਟ ਦਾ ਕੀ ਦਰਦ ਹੈ? PCS ਭਾਵੇਂ ਕਿੰਨਾ ਵੀ ਠੱਗ ਚੋਰ ਘਟੀਆ ਕਰਪਟ ਹੈਗਾ ਤਾਂ ਪੰਜਾਬ ਦਾ ਪੁੱਤ ਹੀ ਹੈ ਨਾ। ਕੁਛ ਤਾਂ ਮਤਲਬ ਉਹ ਸ਼ਰਮ ਕਰੇ, ਜਾਂ ਮਤਲਬ ਕਰੂਗਾ ਆਉਣ ਵਾਲੇ ਸਮੇਂ 'ਚ, ਜੇ ਹਾਲਾਤ ਮਤਲਬ ਕੁਛ ਚੰਗੇ ਵਾਲੇ ਪਾਸੇ ਜਾਂਦੇ ਹੋਣਗੇ। ਤੇ ਇਹਨਾਂ ਨੂੰ ਤਾਂ ਰੌਲਾ ਹੀ ਕੋਈ ਨਹੀਂਗਾ। ਇਹਨਾਂ ਨੇ ਤਾਂ ਦੂਜੀਆਂ ਸਟੇਟਾਂ ਤੋਂ ਆ ਕੇ ਲੁੱਟ ਖੋਹ ਕਰਨ ਆਏ। ਇੱਕ ਡੈਪੂਟੇਸ਼ਨ ਹੈ ਇਹਨਾਂ ਦਾ ਪੂਰੇ ਦਾ ਪੂਰਾ, ਵੀ ਨੌਕਰੀ 30-35 ਸਾਲ ਆ ਕੇ ਜਿੱਥੇ ਲੱਗ ਜਾਣਾ, ਸੌਂਗੋਂ ਜਿਹੜਾ ਉਹ ਖਾ ਜਾਣਾ ਜਿਹੜੀ ਪਾਸੇ ਵੀ ਲੱਗੀ ਹੈ। ਤੋ ਜੋ ਆਉਣ ਵਾਲਾ ਸਮਾਂ ਜਿਹੜਾ ਹੈਗਾ, ਜਿੰਨਾ ਚਿਰ ਬਿਊਰੋਕਰੇਟ ਜਿਹੜਾ ਹੈਗਾ ਉਹਦੇ ਤੇ ਨੱਥ ਨਹੀਂ ਪੈਂਦੀ, ਉਹਨਾਂ ਚਿਰ ਕਿਸੇ ਵੀ ਸਟੇਟ ਇਕੱਲੀ ਆਪਣੀ ਦੀ ਗੱਲ ਨਹੀਂ ਕਰਦੇ। ਜਿੰਨੀਆਂ ਸਟੇਟਸ ਹੈਗੀਆਂ ਸਾਰੀ ਆਪਣੇ ਮੁਲਕ ਦਾ ਇਹ ਹਾਲ ਹੈ ਕਿ ਬਿਊਰੋਕਰੇਟ ਜਿਹੜਾ ਹੈਗਾ ਬੜੀ ਬੁਰੀ ਤਰ੍ਹਾਂ ਮਤਲਬ ਮੁਲਕ ਨੂੰ ਖਤਮ ਕਰ ਦਿੱਤਾ। ਪਰ ਜਿਨ੍ਹਾਂ ਦੇ ਉੱਤੇ ਜ਼ਿੰਮੇਵਾਰੀ ਹੈ ਸੂਬੇ ਨੂੰ, ਦੇਸ਼ ਨੂੰ ਸਵਾਰਨ ਦੀ, ਤਾਂ ਉਹੀ ਤੁਹਾਨੂੰ ਲੱਗਦਾ ਹੈ ਕਿ ਉਹੀ ਜਿਹੜੇ ਆ ਦੇਸ਼ ਤੇ ਸੂਬੇ ਨੂੰ ਵਿਗਾੜਦੇ ਨਜ਼ਰ ਆ ਰਹੇ ਨੇ ਭ੍ਰਿਸ਼ਟਾਚਾਰ ਨੂੰ ਲੈ ਕੇ। ਬਿਲਕੁਲ ਜੀ, ਜਦੋਂ ਜਿਹੜੇ ਜਿਨ੍ਹਾਂ ਕੋਲ ਅਥਾਰਟੀ ਹੈ, ਸਾਈਨਿੰਗ ਅਥਾਰਟੀਜ਼ ਹੈਗੀਆਂ, ਠੀਕ ਹੈ, ਜੇ ਉਹ ਹੀ ਮਤਲਬ ਨਹੀਂ ਇਸ ਜ਼ਿੰਮੇਵਾਰੀ ਤੋਂ ਆਪਣੀ ਤੋਂ ਮਾੜਾ ਮੋਟਾ ਵੀ ਕਰਨਗੇ। ਦੇਖੋ ਜੀ, ਇਹਨਾਂ ਨੇ ਡਿਲੀਵਰ ਥੋੜ੍ਹਾ ਹੀ ਕੀਤਾ ਹੁੰਦਾ ਨਾ। ਜਿੰਨਾ ਰੇਸ਼ੋ ਦੇ ਮੁਤਾਬਕ ਜੀ ਕਰਪਸ਼ਨ ਕਰਕੇ ਰੱਜ ਕੇ ਵੀ ਉਸ ਤੋਂ ਬਾਅਦ ਵੀ ਡਿਲੀਵਰ ਕੀਤਾ ਹੁੰਦਾ। ਆਹ ਸਰਕਾਰ ਨੂੰ ਲਾ ਲਓ 10 ਮਹੀਨੇ 11 ਮਹੀਨੇ ਹੋ ਗਏ ਆ, ਕੁਛ ਨਾ ਕੁਛ ਡਿਲੀਵਰੀ ਕੀਤੀ ਹੁੰਦੀ ਨਾ। ਕੱਲੀਆਂ ਗੱਲਾਂ ਨਾਲ, ਐਡਵਰਟਾਈਜ਼ਮੈਂਟ ਨਾਲ, ਹਰ ਚੀਜ਼ ਨੂੰ ਅਖਬਾਰ 'ਚ ਵਿਖਾਉਣਾ, ਹਰ ਚੀਜ਼ ਵਾਸਤੇ ਬੋਰਡ ਲਗਾ ਦੇਣੇ, ਇਹ ਤਾਂ ਜੇ ਕੰਮ ਕਰਨਾ ਹੋਵੇ ਤਾਂ ਫਿਰ ਤਾਂ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈਗੀ। ਤੋ ਡਿਲੀਵਰੀ ਜਿਹੜੀ ਹੈਗੀ ਲੋਕ ਮਸਟ ਹੈ। ਸੋਸ਼ਲ ਮੀਡੀਆ ਜਿਹੜਾ ਹੈਗਾ ਬਹੁਤ ਲੋਕਾਂ 'ਚ ਜਾਗਰੂਕਤਾ ਪੈਦਾ ਕਰ ਚੁੱਕਿਆ ਹੈ। 3 ਮਹੀਨੇ ਬਾਅਦ ਇਹਨਾਂ ਨੇ MP ਦੀ ਸੀਟ ਹਰਾਤੀ ਸੀ ਇਹਨਾਂ ਨੂੰ, ਠੀਕ ਹੈ। ਅੱਜ ਤੱਕ ਇਹ ਦਾ ਕਦੇ ਰਿਕਾਰਡ ਨਹੀਂ ਹੋਇਆ। ਹੁਣ ਫਿਰ ਜਲੰਧਰ ਦੀ ਜਿਹੜੀ ਹੈਗੀ ਹੈ ਬਾਇਓ ਇਲੈਕਸ਼ਨ ਇਹਨਾਂ ਦੇ ਸਿਰ 'ਤੇ ਆ ਕੇ ਖੜੀ ਹੈ। ਉਦੋਂ ਬਾਅਦ ਤੁਹਾਡੀਆਂ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਆਈਆਂ ਖੜੀਆਂ। ਜੋ ਜਲੂਸ ਇਹਨਾਂ ਵਿੱਚ ਨਿਕਲਣ ਵਾਲਾ ਤੁਸੀਂ ਆਉਣ ਵਾਲੇ ਸਮੇਂ ਵਿੱਚ ਦੇਖ ਲਓਗੇ। ਨਾ ਤਾਂ ਇਹ ਹੋਰ ਇਲੈਕਸ਼ਨ ਜਿੱਤ ਸਕਣਗੇ ਜਿਹੜੀ ਜਲੰਧਰ ਵਾਲੀ ਹੈ, ਔਰ ਕਾਰਪੋਰੇਸ਼ਨ ਦੇ ਵਿੱਚ ਵੀ ਪਹਿਲੀ ਵਾਰੀ ਹੋਊਗਾ ਕਿ ਜਦੋਂ ਕੋਈ ਸਰਕਾਰ ਨਵੀਂ ਹੋਵੇ ਤੇ ਸਾਲ ਹੋਵੇ, ਤੇ ਉਦੋਂ ਬਾਅਦ ਉਹਦੀ ਇੰਨੀ ਬਦਤਰ ਹਾਲਤ ਹੋਈ ਹੋਵੇ। ਇਹ ਵੀ ਆਉਣ ਵਾਲੇ ਸਮੇਂ ਵਿੱਚ ਤੁਸੀਂ ਇਹਨਾਂ ਇਲੈਕਸ਼ਨਾਂ ਵਿੱਚ ਵੇਖ ਸਕੋਗੇ। ਉਹ ਤਾਂ ਕਹਿੰਦੇ ਕਿ ਸਾਰੀਆਂ ਇਲੈਕਸ਼ਨਾਂ ਜਿੱਤਾਂਗੇ, ਕਾਰਪੋਰੇਸ਼ਨ ਦੇ ਵਿੱਚ ਮੇਅਰ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਬਣਾਵਾਂਗੇ। ਉਹ ਤਾਂ ਅਕਾਲੀ ਵੀ ਪਿੱਛੇ ਕਹਿੰਦੇ ਸੀ ਵੀ ਅਸੀਂ ਸਾਡੀ ਸਰਕਾਰ ਆ ਰਹੀ ਹੈ, ਕਾਂਗਰਸੀ ਵੀ ਕਹਿੰਦੇ ਸੀ ਰਿਪੀਟ ਕਰ ਰਹੇ ਹਾਂ। ਉਹ ਤਾਂ ਇਹਨਾਂ ਦਾ ਕੰਮ ਹੀ ਹੁੰਦਾ। ਜਿੰਨਾ ਚਿਰ ਰਿਜ਼ਲਟ ਨਹੀਂ ਆਉਂਦਾ, ਇਹ ਬੇਸ਼ਰਮੀ ਇਹਨਾਂ ਦੀ ਇੱਥੋਂ ਹੱਦ ਤੱਕ ਹੈ ਕਿ ਜਦੋਂ ਵੋਟਿੰਗ ਹੋ ਜਾਂਦੀ ਹੈ, ਉਹ ਆ ਜਾਂਦੇ ਆਪਣੇ ਐਗਜ਼ਿਟ ਪੋਲ ਵਗੈਰਾ ਆ ਜਾਂਦੇ, ਤਾਂ ਆਲਮੋਸਟ ਕਾਫੀ ਕੁਝ ਕਲੀਅਰ ਹੋ ਜਾਂਦਾ, ਤਕਰੀਬਨ ਡੇਟਡ ਹੋ ਜਾਂਦਾ। ਔਰ ਕੋਈ ਵੀ ਪਾਰਟੀ ਕਦੇ ਸੁਣਿਆ, ਕਦੇ ਅੱਜ ਤੱਕ ਕਿਸੇ ਨੇ ਕਿਹਾ ਹੋਵੇ, ਹਰ ਬੰਦਾ ਲਾਸਟ ਤੱਕ ਅਕਾਲੀ ਕਹਿੰਦੇ ਸੀ 85 ਸੀਟਾਂ ਲੈ ਕੇ ਸਰਕਾਰ ਬਣਾ ਰਹੇ ਹਾਂ ਅਸੀਂ, ਕਾਂਗਰਸ ਵਾਲੇ ਕਹਿੰਦੇ ਸੀ ਅਸੀਂ ਰਿਪੀਟ ਕਰ ਹੀ ਗਏ। ਇਹਨਾਂ ਨੂੰ ਵੀ ਕੋਈ ਏਡੀ ਉਮੀਦ ਨਹੀਂ ਸੀ, ਸਾਨੂੰ ਲੋਕਾਂ ਨੂੰ ਵੀ ਉਮੀਦ ਨਹੀਂ ਸੀ 92 ਸੀਟਾਂ ਆਉਣਗੀਆਂ। ਤਾਂ ਕੁਛ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਲੋਕ ਜਿੰਨਾ ਚਿਰ ਇਹਨਾਂ ਨੂੰ ਬਿਲਕੁਲ ਸਾਹਮਣੇ ਸ਼ੀਸ਼ਾ ਕੱਢ ਕੇ ਵਿਖਾ ਨਹੀਂ ਦਿੱਤਾ ਜਾਂਦਾ, ਬੇਸ਼ਰਮੀ ਨਾਲ ਜਿਹੜਾ ਹੈਗਾ ਉਹਨਾਂ ਚਿਰ ਉਸ ਨੂੰ ਕਲੇਮ ਕਰਦੇ ਆ। ਉਸ ਤੋਂ ਬਾਅਦ ਵੀ ਵੱਖਰੇ ਕਾਰਨ ਦੱਸਦੇ ਆ। ਇਹ ਨਹੀਂ ਕਹਿੰਦੇ ਵੀ ਸਾਡੀ ਕਰਤੂਤਾਂ ਕਰਕੇ ਅਸੀਂ ਹਰੇ ਹਾਂ। ਹੋਰ ਲੋਕ ਸੂਝਾਂ 'ਚ ਕੱਢ ਕੇ ਜਾਂ ਹੋਰ ਮਤਲਬ ਵੱਖਰੇ ਰੂਪ ਵਿਖਾ ਕੇ ਆਪਣੇ ਆਪ ਨੂੰ ਐਸਕੇਪ ਕਰਨ ਦੀ ਕੋਸ਼ਿਸ਼ ਕਰਦੇ। ਇਹ ਤਾਂ ਭ੍ਰਿਸ਼ਟਾਚਾਰ ਦੀ ਗੱਲ ਕੀਤੀ। ਭ੍ਰਿਸ਼ਟਾਚਾਰ ਨਾਲੋਂ ਵੀ ਇੱਕ ਜਿਹੜਾ ਹੋਰ ਜ਼ਿਆਦਾ ਮਾੜਾ ਰੋਗ ਪੰਜਾਬ ਨੂੰ ਲੱਗਿਆ ਹੋਇਆ ਵਾ, ਉਹ ਹੈ ਡਰੱਗ ਦਾ। ਤੁਸੀਂ ਡਰੱਗ ਨੂੰ ਲੈ ਕੇ ਵੀ ਵੱਡੀ ਜਿਹੜੀ ਹੈ ਮੁਹਿੰਮ ਛੇੜੀ ਹੋਈ ਹੈ। ਪਿਛਲੇ ਦਿਨਾਂ ਦੇ ਵਿੱਚ ਮਾਨਯੋਗ ਹਾਈਕੋਰਟ ਵੱਲੋਂ ਇੱਕ ਰਿਪੋਰਟ ਖੋਲੀ ਗਈ ਹੈ, ਜਿਸ ਨੂੰ ਲੈ ਕੇ ਵੀ ਤੁਸੀਂ ਕਾਰਵਾਈ ਦੀ ਮੰਗ ਕਰਦੇ ਨਜ਼ਰ ਆਏ ਸੀ। ਸੇਮ ਇਹ ਜਿਹੜਾ ਆਪਾਂ ਗੱਲ ਸ਼ੁਰੂ ਕੀਤੀ ਸੀ, ਇਹ 2 ਇਸ਼ੂ ਸੀਗੇ ਉਦੋਂ। ਡਰੱਗ ਨਾਲ ਵੀ ਜਿਹੜਾ ਕੰਸਰਨ ਸੀਗਾ, 5 ਸਾਲਾਂ ਤੋਂ ਰਿਪੋਰਟਾਂ ਦੇਖੋ ਪਈਆਂ। ਹਾਈਕੋਰਟ ਤੁਸੀਂ ਮਾਨਯੋਗ ਕਹਿੰਦੇ, ਮੈਂ ਤਾਂ ਬਹੁਤ ਦੇਰ ਤੋਂ ਮਾਨਯੋਗ ਕਹਿਣਾ ਬੰਦ ਕੀਤਾ ਹੋਇਆ। ਮਾਨਯੋਗ ਹੁੰਦੇ ਤਾਂ ਇੰਨਾ ਧਰੋ ਕਰਦੇ ਪੰਜਾਬ ਵਾਲਿਆਂ ਨਾਲ। ਇਹਨਾਂ ਨੇ 5 ਸਾਲ ਹੋ ਗਏ, ਉਹ ਜਿਹੜੀਆਂ ਸਾਰੀਆਂ ਡਰੱਗ ਰਿਪੋਰਟਾਂ ਜਿਹਦੇ ਵਿੱਚ ਬੜੇ ਨਾਮ ਹੈਗੇ ਆ, ਉਹਨਾਂ ਨਾਮਾਂ ਤੋਂ ਡਰਦਿਆਂ ਨੇ ਨਹੀਂ ਖੋਲੀਆਂ। ਤੇ ਹੁਣ ਜਿਹੜੀ ਹੈਗੀ ਹੈ, ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ, ਪਿਛਲੇ 3-4 ਮਹੀਨਿਆਂ ਤੋਂ ਅਸੀਂ ਇਹਨਾਂ ਨੂੰ ਬਹੁਤ ਟਾਰਗੇਟ ਕੀਤਾ ਹੋਇਆ। ਜਿਹੜੀ 15 ਤਰੀਕ ਹੈਗੀ ਆਉਣ ਵਾਲੀ, ਇੱਥੇ ਉਮੀਦ ਕਰਦੇ ਹਾਂ ਜਸਟਿਸ ਸੰਧਾਵਾਲੀਆ ਇੱਕ ਚੰਗਾ ਜੱਜ ਹੈਗਾ, ਤਾਂ ਉਹ ਤੋਂ ਉਮੀਦ ਕਰਦੇ ਹਾਂ ਕਿ ਸ਼ਾਇਦ ਜੇ ਉਹਨੂੰ ਬਦਲ ਨਾ ਦਿੱਤਾ ਗਿਆ ਜਾਂ ਕੋਈ ਉਹਦੇ 'ਤੇ ਹੋਰ ਪ੍ਰੈਸ਼ਰ ਨਾ ਹੋਏ,
ਤਾਂ ਫਿਰ ਜਿਹੜਾ ਹੈਗਾ ਉਹ ਰਿਪੋਰਟਾਂ 15 ਨੂੰ ਖੁੱਲਣਗੀਆਂ। ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ, ਜੇ 15 ਨੂੰ ਰਿਪੋਰਟਾਂ ਨਹੀਂ ਖੁੱਲ੍ਹਦੀਆਂ ਫਿਰ ਰਿਪੋਰਟਾਂ ਖੁੱਲ੍ਹਣ ਵਾਸਤੇ ਜਿਹੜਾ ਹੈਗਾ ਮਟੀਰੀਅਲ ਸਾਡੇ ਕੋਲ ਸਭ ਕੁਝ ਅਵੇਲੇਬਲ ਹੈ। ਅਸੀਂ ਲੋਕਾਂ ਦੀ ਕਚਹਿਰੀ ਵਿੱਚ ਹਰ ਚੀਜ਼ ਜਿਹੜੀ ਹੈਗੀ ਹੈ ਖੁੱਲ੍ਹੀ ਰੱਖ ਦਿਆਂਗੇ। ਉਸ ਤੋਂ ਬਾਅਦ ਜਿਹੜਾ ਕੁਛ ਇਹਨਾਂ ਨੇ ਕਰਨਾ ਕਰਨ, ਲੋਕਾਂ ਨੂੰ ਪਤਾ ਤਾਂ ਹੋਵੇ ਨਾ ਸੱਚ ਕੀ ਹੈਗਾ, ਕਿੰਨਾ ਕਾਰਨਾਂ ਕਰਕੇ ਨਹੀਂ ਕਰ ਰਹੇ, ਕਿੰਨਾ ਕਾਰਨਾਂ ਕਰਕੇ ਵੱਡੇ ਵੱਡੇ ਜੱਜ ਜਿਹੜੇ ਹੈਗੇ ਆ, ਸੂਰਿਆਕਾਂਤ ਵਰਗੇ ਜਿਹੜੇ ਅੱਜ ਸੁਪਰੀਮ ਕੋਰਟ 'ਚ ਬੈਠੇ ਆ, ਤੇ ਜਿਨ੍ਹਾਂ ਨੇ ਰਿਪੋਰਟਾਂ ਪੜ੍ਹੀਆਂ ਹੋਈਆਂ ਜਦੋਂ ਸਬਮਿਟ ਹੋਈਆਂ ਸੀਗੀਆਂ, ਤੇ ਉਹ ਬੰਦੇ ਵੀ ਢਿੱਡ 'ਚ ਪਾ ਕੇ ਬੈਠੇ ਐਡੇ ਵੱਡੇ ਕੋੜ, ਤੇ ਅੱਜ ਮਤਲਬ ਉਹਨਾਂ ਨੂੰ ਇੰਨੀ ਵੀ ਸੰਗ ਨਹੀਂ ਹੈਗੀ ਕਿ ਮਤਲਬ ਅਸੀਂ ਕੁਛ ਪੇ ਬੈਕ ਕਰ ਸਕੀਏ। ਹੁਣ ਮੌਕਾ ਆਇਆ ਸੀ, ਮਜੀਠੀ ਦੀ ਜ਼ਮਾਨਤ ਲੱਗੀ ਸੀਗੀ ਔਰ ਸੂਰਿਆਕਾਂਤ ਦੇ ਲੱਗ ਗਈ, ਔਰ ਬੇਸ਼ਰਮੀ ਦੀ ਹੱਦ ਵੇਖੋ, ਬੈਕਅਪ ਕਰ ਗਿਆ ਜੀ ਮੈਂ ਇਹ ਕੇਸ ਕਿਉਂਕਿ ਮੈਂ ਸ਼ੁਰੂ ਕੀਤਾ ਸੀ। ਫਿਰ ਤੈਨੂੰ ਤਾਂ ਮੰਗ ਕੇ ਲੈਣਾ ਚਾਹੀਦਾ ਸੀ ਇਹ ਕੇਸ, ਤੈਨੂੰ ਤਾਂ ਸਾਰੀ ਗੱਲ ਦਾ ਪਤਾ, ਤੂੰ ਤਾਂ ਰਿਪੋਰਟਾਂ ਪੜ੍ਹੀਆਂ ਹੋਈਆਂ, ਤੂੰ ਕਿਵੇਂ ਇੱਕ ਜੈਨੋਸਾਈਡ ਕੀਤਾ ਹੋਇਆ ਮੁਲਜ਼ਮ ਖੁੱਲ੍ਹਾ ਫਿਰਦਾ, ਥੋੜੀ ਹਾਈ ਕੋਰਟ ਦਾ ਛੱਡਿਆ ਹੋਇਆ, ਤੈਨੂੰ ਮੌਕਾ ਮਿਲਿਆ, ਤੈਨੂੰ ਤਾਂ ਸਾਰੀ ਗੱਲ ਦਾ ਪਤਾ ਕੌਣ ਕਿੱਥੇ ਮੁਲਜ਼ਮ ਹੈਗਾ, ਤੇ ਅੱਜ ਤੁਸੀਂ ਵੀ ਉਸ ਤੋਂ ਰੈਸਕਿਊ ਕਰ ਰਹੇ ਹੋ। ਬਹੁਤ ਸ਼ੇਮਫੁਲ ਹੈਗਾ। ਮਤਲਬ ਸੁਪਰੀਮ ਕੋਰਟ ਹਾਈ ਕੋਰਟ ਦੇ ਵਿੱਚ ਜੋ ਚੀਜ਼ਾਂ ਚੱਲ ਰਹੀਆਂ, ਇਹ ਆਉਣ ਵਾਲੇ ਸਮੇਂ 'ਚ ਲੰਬਾ ਸਮਾਂ ਲੋਕਾਂ ਨੇ ਬਰਦਾਸ਼ਤ ਨਹੀਂ ਕਰਨੀਆਂ। ਬਹੁਤ ਚੀਜ਼ਾਂ ਇਹਦੀਆਂ ਪ੍ਰੋਟੈਸਟ ਦੇ ਵਿੱਚ ਹੁਣ ਵੀ ਚੱਲੀਆਂ, ਅਗਾਂਹ ਵੀ ਚੱਲਣਗੀਆਂ। ਡਰੱਗ ਰਿਪੋਰਟਾਂ ਜਿਹੜੀਆਂ ਹੈਗੀਆਂ ਇਹ ਖੁੱਲ੍ਹਣੀਆਂ ਚਾਹੀਦੀਆਂ। ਪੰਜਾਬ ਨਾਲ ਸਭ ਤੋਂ ਵੱਡਾ ਧੋਖਾ ਕੀਤਾ ਗਿਆ, ਇਸ ਤੋਂ ਵੱਡਾ ਕੋਈ ਗੁਨਾਹ ਨਹੀਂ। ਪਰ ਉਮੀਦ ਕਰਦੇ ਹਾਂ ਕਿ ਇਸੇ ਮਹੀਨੇ ਦੇ ਵਿੱਚ ਆਹੀ 15 ਨੂੰ ਇਹ ਰਿਪੋਰਟਾਂ ਖੁੱਲ੍ਹ ਕੇ ਲੋਕਾਂ ਦੇ ਸਾਹਮਣੇ ਬਹੁਤ ਵੱਡੇ ਵੱਡੇ ਨਾਮ ਆਉਣਗੇ, ਜਿਹਨੂੰ ਸੁਣ ਕੇ ਲੋਕ ਮਤਲਬ ਹੈਰਾਨ ਵੀ ਹੋਣਗੇ ਔਰ ਵੇਖਣਗੇ ਵੀ ਕਿੱਡੇ ਕਿੱਡੇ ਇਹ ਇਹਨਾਂ ਨੂੰ ਬਚਾਉਣ ਦੀਆਂ ਕੀ ਕੋਸ਼ਿਸ਼ਾਂ ਹੁਣ ਤੱਕ ਕੀਤੀਆਂ। ਮੈਨੂੰ ਲੱਗਦਾ ਕਿ ਜਦੋਂ ਰਿਪੋਰਟਾਂ ਖੁੱਲ੍ਹਣਗੀਆਂ ਤਾਂ ਵੱਡੇ ਨਾਮ ਬੇਨਕਾਬ ਹੋਣਗੇ। ਬਿਲਕੁਲ ਜੀ, ਕਿਉਂ ਨਹੀਂ ਖੁੱਲ੍ਹ ਕਿਉਂ ਨਹੀਂ ਰਹੀਆਂ? ਵੱਡੇ ਨਾਮ ਹੀ ਬੇਨਕਾਬ ਨਹੀਂ ਹੋ ਰਹੇ ਤਾਂ ਹੀ ਮਤਲਬ ਹੈਗੀ ਹੈ ਨਾ, ਜੇ ਖੁੱਲ੍ਹਣਗੇ ਤਾਂ ਨਾਮ ਹੋਣਗੇ ਬੇਨਕਾਬ। ਸਾਨੂੰ ਤਾਂ ਹੁਣ ਇਹ ਵੀ ਲੱਗਦਾ ਵੀ ਜੇ ਇਸ ਵਾਰ ਰਿਪੋਰਟ ਨਾ ਖੁੱਲ੍ਹੀ ਤਾਂ ਹੋ ਸਕਦਾ ਰਿਪੋਰਟਾਂ ਨੂੰ ਚੇਂਜ ਕਰਨ ਦੀ ਵੀ ਕਾਰਵਾਈ ਹੋ ਸਕਦੀ। ਕੀ ਨਹੀਂ ਹੁੰਦਾ ਇਸ ਮੁਲਕ ਦੇ ਵਿੱਚ। ਤੋ ਜੇ 15 ਤਰੀਕ ਨੂੰ ਰਿਪੋਰਟਾਂ ਨਹੀਂ ਖੁੱਲ੍ਹਦੀਆਂ ਫਿਰ ਅਸੀਂ ਸਮਝਦੇ ਹਾਂ ਕਿ ਮਤਲਬ ਇਹਦੇ ਨਾਲ ਵੀ ਕੋਈ ਨਾ ਕੋਈ ਛੇੜਛਾੜ ਕੀਤੀ ਜਾ ਰਹੀ ਹੈ, ਤਾਂ ਉਹਦਾ ਫਿਰ ਅਗਾਂਹ ਡਿਸੀਜ਼ਨ ਲਵਾਂਗੇ ਅਸੀਂ। ਜਿਹੜੀ ਮੈਂ ਪੰਜਾਬੀ ਮੰਚ ਜਿਹੜਾ ਹੈਗਾ ਤਾਂ ਰਾਜਵਿੰਦਰ ਸਿੰਘ ਬੈਂਸੂਰਾ ਦੀ ਅਗਵਾਈ ਵਿੱਚ ਕੰਮ ਕਰ ਰਿਹਾ, ਅਸੀਂ ਉਹਨਾਂ ਤੋਂ ਦਿਸ਼ਾ ਨਿਰਦੇਸ਼ ਲੈ ਕੇ ਆਉਣ ਵਾਲੇ ਸਮੇਂ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣਨਗੇ ਉਹਦੇ ਮੁਤਾਬਕ ਜੇ ਇਹ ਨਹੀਂ ਖੁੱਲ੍ਹਣਗੇ ਤਾਂ ਮਤਲਬ ਸਾਡੇ ਕੋਲ ਸਾਰਾ ਰਿਕਾਰਡ ਅਵੇਲੇਬਲ ਹੈਗਾ। ਤਾਂ ਇਸ ਤੋਂ ਪਹਿਲਾਂ ਕਿ ਇਹ ਬਦਲਣ ਜਾਂ ਕੋਈ ਹੋਰ ਉਹਦੇ ਨਾਲ ਛੇੜਛਾੜ ਕਰਨ, ਲੋਕਾਂ ਦੀ ਕਚਹਿਰੀ ਵਿੱਚ ਜਿਹੜਾ ਹੈਗਾ ਸੱਚ ਹੈ ਇਸ ਮਹੀਨੇ ਦੇ ਵਿੱਚ ਲੋਕ ਵੇਖ ਲੈਣਗੇ ਵੀ ਕੀ ਸੀਗਾ ਇਹਦੇ ਵਿੱਚ। ਹਾਂ, ਹੁਣ ਤੁਸੀਂ 3 ਮਹੀਨੇ ਦਾ ਸਮਾਂ ਦਿੱਤਾ ਸੀਗਾ, 2 ਮਹੀਨੇ ਪੂਰੇ ਹੋ ਚੁੱਕੇ ਹੈ। ਜੇ 3 ਮਹੀਨੇ ਬਾਅਦ ਜਿਹੜਾ ਸਮਾਂ ਦਿੱਤਾ ਸੀਗਾ ਉਸ ਤੋਂ ਬਾਅਦ ਕੀ ਕਾਰਵਾਈ ਕਰਨ ਜਾ ਰਹੇ ਹੋ? ਅਸੀਂ ਤਾਂ ਪਹਿਲਾਂ ਹੀ ਕਰ ਰਹੇ ਹਾਂ ਜੀ, ਮੈਂ ਤਾਂ 3 ਮਹੀਨੇ ਤੋਂ ਵੀ ਸ਼ਾਰਟ ਕਰ ਦਿੱਤਾ। ਆਹ 15 ਤਰੀਕ ਨੂੰ ਦੇਖਦੇ ਹਾਂ ਕੀ ਹੈਗਾ, ਐਸੇ ਮਹੀਨੇ 'ਚ ਹੀ ਦੱਸ ਦਿਆਂਗੇ। ਅਤੇ ਫਿਰ ਅਸੀਂ 3 ਮਹੀਨੇ ਕਿਉਂ ਵੇਟ ਕਰਨੀ, ਸਾਡੇ ਕੋਲ ਤਾਂ ਅਵੇਲੇਬਲ ਹੈਗੀ ਹੈ। ਅਸੀਂ ਚਾਹੁੰਦੇ ਹਾਂ ਕਿ ਜਿਹੜਾ ਕੋਰਟਾਂ ਦਾ ਮਾਨ ਸਤਿਕਾਰ ਮਾੜਾ ਮੋਟਾ ਬਚਿਆ ਹੋਇਆ ਇਹ ਬਚਿਆ ਰਹੇ। ਕੱਲ੍ਹ ਨੂੰ ਇਹ ਕਲੇਮ ਕਹਿ ਸਕਣ ਵੀ ਹਾਂ ਅਸੀਂ 5 ਸਾਲ, ਵੈਸੇ ਤਾਂ ਇਹਨਾਂ ਦਾ ਕੋਈ ਕਲੇਮ ਹੀ ਨਹੀਂ ਬਣਦਾ। ਹੁਣ ਵੀ ਅਸੀਂ ਇਹਨਾਂ ਦੇ ਪ੍ਰੈਸ਼ਰ ਦੇ ਕੇ ਰੌਲਾ ਪਾ ਕੇ ਉਹ ਸਟੇਜ 'ਤੇ ਲੈ ਕੇ ਆਂਦਾ ਕਿ ਖੁੱਲ੍ਹਣ, ਕ੍ਰੈਡਿਟ ਤਾਂ ਹੁਣ ਵੀ ਇਹਨਾਂ ਨੂੰ ਕੋਈ ਨਹੀਂ, ਪਰ ਫਿਰ ਵੀ ਅਸੀਂ ਕਹਿੰਦੇ ਹਾਂ ਜੇ ਹੁਣ ਵੀ ਖੋਲ੍ਹ ਦੇਣ ਅਸੀਂ ਸੋਚਾਂਗੇ ਵੀ ਚਲੋ ਕੁਛ ਨਾ ਕੁਛ ਅਪੀਲ ਕਰਦੇ ਲੋਕਾਂ ਦੇ, ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਸੁਣਦਿਆਂ ਹੋਇਆ ਹਾਈ ਕੋਰਟ ਨੇ ਥੋੜ੍ਹਾ ਬਹੁਤ ਧਿਆਨ ਦਿੱਤਾ। ਅਦਰਵਾਈਜ਼ ਇੱਥੇ ਧੰਦਾ ਹੀ ਚੱਲਦਾ ਸਾਰਾ, ਠੀਕ ਹੈ। ਜ਼ਮਾਨਤਾਂ ਬੈਂਸ ਵਰਗਿਆਂ ਨੂੰ ਦੇਣ ਲੱਗਿਆਂ ਨਹੀਂ ਇਹਨਾਂ ਨੇ ਸ਼ਰਮ ਕੀਤੀ ਵੀ ਕੱਲ੍ਹ ਨੂੰ ਉਹ ਲੋਕ ਜਿਹੜੇ ਹੈਗੇ ਬਲਾਤਕਾਰ ਦੇ ਜਿਨ੍ਹਾਂ ਨੇ ਕਿੰਨੇ ਕਿੰਨੇ ਧੱਕੇ ਕੀਤੇ। ਤੁਸੀਂ ਲੁਧਿਆਣੇ ਨੂੰ ਬਿਲੋਂਗ ਕਰਦੇ, ਤੁਹਾਨੂੰ ਪਤਾ ਕੀ ਕੁਛ ਚੱਲਦਾ ਰਿਹਾ ਇੱਥੇ, ਕਿਵੇਂ ਉਹ ਪਰਚੇ ਦਰਜ ਕਰਾਏ ਉਹਨਾਂ ਫੈਮਲੀਆਂ 'ਤੇ। ਅੱਜ ਜਦੋਂ ਕਿ ਟ੍ਰਾਇਲ ਦੇ ਸਮੇਂ ਵਿੱਚ ਉਹ ਬੰਦਾ ਜੇ ਜ਼ਮਾਨਤ 'ਤੇ ਹੁੰਦਾ ਤਾਂ ਵੀ ਜ਼ਮਾਨਤ ਕੈਂਸਲ ਕਰਕੇ ਜੇਲ੍ਹ ਭੇਜਿਆ ਜਾਣਾ ਚਾਹੀਦਾ ਸੀਗਾ। ਜਦੋਂ ਟ੍ਰਾਇਲ ਸਟਾਰਟ ਹੋ ਰਿਹਾ ਉਹਨੂੰ ਜ਼ਮਾਨਤ ਦਿੱਤੀ ਜਾ ਰਹੀ ਹੈ। ਅਤੇ ਉਹ ਜਦੋਂ ਜ਼ਮਾਨਤਾਂ ਲਿਖਾਉਂਦੇ ਇਹ ਜਿਹੜੇ ਮਾਈ ਲਾਰਡ ਬੈਠੇ ਜਿਹੜੇ ਹਾਈ ਕੋਰਟ ਦੇ ਵਿੱਚ ਕੇਸ ਦਾ ਬੇੜਾ ਗਰਕ ਕਰ ਦਿੰਦੇ ਆ ਆਪਦੀ ਸਕਿਨ ਸੇਵ ਕਰਨ ਵਾਸਤੇ ਵੀ ਅਸੀਂ ਠੀਕ ਕੰਮ ਕਰ ਰਹੇ ਹਾਂ, ਕੇਸ ਨੂੰ ਖਰਾਬ ਕਰਦੇ ਆ। ਤਾਂ ਸੋ ਹਾਈ ਕੋਰਟ ਦੇ ਵਿੱਚ ਜਿਹੜਾ ਹੈਗਾ ਬਹੁਤ ਕੁਛ ਜਿਹੜਾ ਹੈ ਆਉਣ ਵਾਲੇ ਸਮੇਂ ਵਿੱਚ ਚੇਂਜ ਹੋਣ ਵਾਲਾ ਹੈਗਾ। ਬੜੇ ਹਲਕੇ ਲੋਕ ਜਿਹੜੇ ਇਹਨਾਂ ਕੁਰਸੀਆਂ 'ਤੇ ਜਾ ਬੈਠੇ ਆ, ਉਹਨਾਂ ਦੇ ਆਉਣ ਵਾਲੇ ਸਮੇਂ ਵਿੱਚ ਬਹੁਤ ਇਹੋ ਜਿਹੇ ਕੱਚੇ ਚਿੱਠੇ ਸਾਹਮਣੇ ਆ ਰਹੇ ਆ। ਅਤੇ ਨੈਕਸਟ ਜਿਹੜਾ ਮੈਂ IAS ਦੀ ਗੱਲ ਕਰ ਰਿਹਾ, ਉਸ ਤੋਂ ਬਾਅਦ ਅਗਲਾ ਟਾਰਗੇਟ ਵੀ ਮੈਨੂੰ ਲੱਗਦਾ ਕੋਈ ਨਾ ਕਿਸੇ ਮਾਈ ਲਾਰਡ ਨੂੰ ਵੀ ਇਹੋ ਜਿਹੇ ਸਿਸਟਮ ਦੇ ਵਿੱਚ ਫਸਣ ਦਾ ਜਿਹੜਾ ਹੈਗਾ ਬਿਲਕੁਲ 100% ਚਾਂਸ ਹੈਗੇ ਆ। ਜੇ ਕਰਪਸ਼ਨ 'ਚ ਨਾ ਫਸਣਗੇ ਤਾਂ ਹੋਰ ਬਹੁਤ ਤਰ੍ਹਾਂ ਦੇ ਨੀਵੇਂ ਪੱਧਰ ਦੇ ਜਿਹੜੇ ਹੈਗੇ ਕਿਰਦਾਰਾਂ ਦੇ ਲੋਕ ਜਿਹੜੇ ਹਾਈ ਕੋਰਟਾਂ ਦੀ ਕੁਰਸੀਆਂ 'ਤੇ ਬੈਠੇ ਆ, ਉਹੋ ਜਿਹੀ ਡਿਟੇਲ ਵੀ ਸਾਡੇ ਕੋਲ ਬਹੁਤ ਕੁਛ ਆ ਰਹੀ ਹੈ। ਅਤੇ ਪਤਾ ਨਹੀਂ ਕਿਹੜੇ ਵੇਲੇ ਕਿਸ ਤਰ੍ਹਾਂ ਦੀ ਕੋਈ ਜਿਹੜੀ ਹੈਗੀ ਆ ਇਹਨਾਂ ਦਾ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਚਿੱਠੇ ਹੈਗੇ ਆ ਉਹ ਖੁੱਲ੍ਹਣ ਲੱਗਿਆ ਪਤਾ ਨਹੀਂ ਲੱਗਣਾ ਕਿ ਕਦੋਂ ਕਿਸ ਟਾਈਮ ਕੋਈ ਇਹੋ ਜਿਹੀ ਐਵੀਡੈਂਸ ਆ ਗਈ ਜਾਂ ਕੋਈ ਇਹੋ ਜਿਹਾ ਪੀੜਤ ਲੋਕ ਜਿਹੜੇ ਹੈਗੇ ਪਹੁੰਚ ਗਏ, ਅਸੀਂ ਐਕਸਪੋਜ਼ ਕਰਨ ਲੱਗੇ, ਬਿਲਕੁਲ ਟਾਈਮ ਨਹੀਂ ਲਾਵਾਂਗੇ। ਜੀ ਬਿਲਕੁਲ, ਇਹ ਸੀਗੇ ਬਲਵਿੰਦਰ ਸੇਖੋਂ ਜਿਹੜੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਮਾਨ ਸਰਕਾਰ ਦੀ ਜਿਹੜੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਹੈ, ਜੇ ਉਹਦੇ ਵਿੱਚ ਵੱਡੇ ਬਿਊਰੋਕਰੇਟਸ ਦੇ ਉੱਤੇ ਕਾਰਵਾਈ ਨਹੀਂ ਹੁੰਦੀ ਤਾਂ ਉਹਨਾਂ ਦੀ ਕਾਰਵਾਈ ਜ਼ੀਰੋ ਹੈ। ਤੇ ਦੂਜੇ ਪਾਸੇ ਡਰੱਗ ਮਾਮਲੇ ਨੂੰ ਲੈ ਕੇ ਵੀ ਵੱਡੇ ਖੁਲਾਸੇ ਕਰਦੇ ਨਜ਼ਰ ਆ ਰਹੇ ਨੇ। ਕਹਿੰਦੇ ਨੇ ਕਿ 15 ਤਰੀਕ ਨੂੰ ਜਦੋਂ ਰਿਪੋਰਟਾਂ ਖੁੱਲ੍ਹਣਗੀਆਂ ਤਾਂ ਵੱਡੇ ਨਾਮ ਬੇਨਕਾਬ ਹੋਣਗੇ। ਜੇ ਮਾਨਯੋਗ ਹਾਈ ਕੋਰਟਾਂ ਰਿਪੋਰਟਾਂ ਨਹੀਂ ਖੋਲ੍ਹਦੀਆਂ ਤਾਂ ਉਹ ਖੋਲ੍ਹ ਕੇ ਉਹਨਾਂ ਨਾਮਾਂ ਨੂੰ ਬੇਨਕਾਬ ਕਰਨਗੇ। ਕੈਮਰਾ ਪਰਸਨ ਗੋਲਡੀ ਦੇ ਨਾਲ ਵਿਵੇਕ ਟਲ, ਚਰਚਾ TV, ਲੁਧਿਆਣਾ।